ਡੰਡਾਉਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਦੂਜੜੀ ਲਾਵ, ਸਤਿਗੁਰ ਪੁਰਖ ਮਿਲਾਇਆ। ਬਲ ਰਾਮ ਜੀਉ, ਨਿਰਭਉ ਭੈ ਮਨ ਹੋਇ। ਹਉਮੈ ਮੈਲ ਗਵਾਇਆ, ਬਲ ਰਾਮ ਜੀਉ। ਹਰ ਦੂਜੜੀ ਲਾਭ, ਸਤਿਗੁਰ ਪੁਰਖ ਮਿਲਾਇਆ। ਬਲ ਰਾਮ ਜੀਉ, ਨਿਰਭਉ ਭੈ ਮਨ ਹੋਇ। ਹਉਮੈ ਮੈਲ ਗਵਾਇਆ, ਬਲ ਰਾਮ ਜੀਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਕਿਰਪਾ ਕਰ ਰਹੇ ਹਨ। ਲਾਵਾਂ ਦੀ ਬਾਣੀ ਦਾ ਪਾਠ ਦੀ ਕਥਾ ਜੋ ਪਿਛਲੇ ਸਮੇਂ ਤੋਂ ਲੜੀਵਾਰ ਚੱਲ ਰਹੀ ਹੈ। ਪਿਛਲੇ ਭਾਗ ਦੇ ਵਿੱਚ ਆਪ ਜੀ ਨੇ ਦੂਜੜੀ ਲਾਭ ਦਾ ਪਹਿਲੀ ਪੰਕਤੀ ਸਰਵਣ ਕੀਤੀ ਹੈ, ਕਥਾ ਸਰਵਣ ਕੀਤੀ ਹੈ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ। ਦੂਜੜੀ ਲਾਭ ਆਰੰਭ ਹੋਣ ਦੇ ਨਾਲ ਹੀ ਪਾਵਨ ਉਪਦੇਸ਼ ਬਖਸ਼ਿਆ ਕਿ ਪੂਰਾ ਸਤਿਗੁਰੂ ਮਿਲਿਆ ਹੈ। ਪੂਰਾ ਸਤਿਗੁਰੂ ਮਿਲਣ ਦੇ ਨਾਲ ਜ਼ਿੰਦਗੀ ਦੇ ਵਿੱਚ ਕੀ ਤਬਦੀਲੀ ਆਉਂਦੀ ਹੈ, ਮਨ ਦੀ ਕੀ ਅਵਸਥਾ ਬਣਦੀ ਹੈ, ਕੀ ਕੁਝ ਵਰਤਦਾ ਹੈ, ਜ਼ਿੰਦਗੀ ਕਿਵੇਂ ਬਦਲਦੀ ਹੈ, ਇਹਦੇ ਬਾਰੇ ਅੱਗੇ ਦੱਸ ਰਹੇ ਨੇ। ਜਿਸ ਪੰਕਤੀ ਦੀ ਵਿਚਾਰ ਅੱਜ ਅਸੀਂ ਕਰਨੀ ਹੈ, ਅੱਗੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਨਿਰਭਉ ਭੈ ਮਨ ਹੋਇ, ਹਉਮੈ ਮੈਲ ਗਵਾਇਆ। ਬਲ ਰਾਮ ਜੀਉ। ਨਿਰਭਉ ਹੋ ਗਿਆ ਹੈ ਮਨ। ਗੁਰੂ ਸਾਹਿਬ ਜੀ ਦੱਸ ਰਹੇ ਨੇ ਕਿ ਜਿੱਦਣ ਸਤਿਗੁਰੂ ਮਿਲਿਆ, ਪੂਰੇ ਸਤਿਗੁਰੂ ਦੀ ਕਿਰਪਾ ਹੋਈ, ਗੁਰੂ ਦੀ ਸ਼ਰਨ ਦੇ ਵਿੱਚ ਆਏ, ਉਸ ਦਿਨ ਫਿਰ ਮਨ ਜਿਹੜਾ ਹੈ ਨਿਰਭਉ ਹੋ ਜਾਂਦਾ ਹੈ ਅਤੇ ਮਨ ਦੇ ਵਿੱਚ ਇੱਕ ਵਾਹਿਗੁਰੂ ਦਾ ਭਾਵ ਰਹਿ ਜਾਂਦਾ ਹੈ। ਦੁਨੀਆ ਵਾਲੇ ਭਾਵ ਖਤਮ ਹੋ ਜਾਂਦੇ ਹਨ ਅਤੇ ਜਿਹਦੇ ਨਾਲ ਇੱਕ ਹੋਰ ਘਟਨਾ ਵਾਪਰਦੀ ਹੈ ਕਿ ਹਉਮੈ ਮੈਲ ਗਵਾਇਆ। ਜਿਹੜੀ ਹਉਮੈ ਦੀ ਮੈਲ ਹੈ, ਜਨਮਾਂ ਜਨਮਾਂ ਤੋਂ ਤੁਰੀ ਆ ਰਹੀ ਹੈ ਨਾਲ, ਇਹ ਜਿਹੜੀ ਹੈ ਇਹ ਦੂਰ ਹੋ ਜਾਂਦੀ ਹੈ, ਗਵਾਚ ਜਾਂਦੀ ਹੈ। ਇਸ ਕਰਕੇ ਇੰਨਾ ਕੁਝ ਵਾਪਰਦਾ ਹੈ। ਬਲ ਰਾਮ ਜੀਉ। ਹੇ ਰਾਮ ਵਾਹਿਗੁਰੂ, ਅਸੀਂ ਤੇਰੇ ਤੋਂ ਬਲਿਹਾਰ ਜਾਂਦੇ ਹਾਂ। ਤੂੰ ਕਿਰਪਾ ਕੀਤੀ ਹੈ, ਸਾਨੂੰ ਪੂਰਾ ਗੁਰੂ ਮਿਲਾਇਆ ਹੈ ਅਤੇ ਪੂਰੇ ਗੁਰੂ ਦੇ ਮਿਲਣ ਦੇ ਕਰਕੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿ ਗਿਆ ਅਤੇ ਉਹ ਵਾਹਿਗੁਰੂ ਦਾ ਭਾਉ ਅਦਬ ਮਨ ਵਿੱਚ ਆਉਣ ਕਰਕੇ ਹੋਰ ਸਾਰੇ ਡਰ ਮੁੱਕ ਗਏ ਨੇ ਅਤੇ ਇਹਦੇ ਨਾਲ
ਜਿਹੜੀ ਹਉਮੈ ਦੀ ਮੈਲ ਹੈ ਉਹ ਖਤਮ ਹੋ ਗਈ ਹੈ। ਸੋ ਗੁਰੂ ਸਾਹਿਬ ਇਹ ਬਖਸ਼ਿਸ਼ ਕਰ ਰਹੇ ਹਨ। ਹੁਣ ਜਿਹੜਾ ਨਿਰਭਉ ਸ਼ਬਦ ਹੈ, ਇਹ 2 ਅੱਖਰਾਂ ਤੋਂ ਮਿਲ ਕੇ ਬਣਿਆ ਹੈ। ਜਿਵੇਂ ਮੂਲ ਮੰਤਰ ਦਾ ਪਾਠ ਕਰੀਏ ਤੇ ਉੱਥੇ ਆਉਂਦਾ ਹੈ ਨਿਰਭਉ ਨਿਰਵੈਰ। ਉਹ ਵਾਹਿਗੁਰੂ ਦਾ ਗੁਣ ਐਸਾ ਹੈ ਵੀ ਉਹਦੇ ਵਿੱਚ ਜਰਾ ਜਿੰਨਾ ਵੀ ਭਾਉ ਨਹੀਂ, ਉਹ ਕਿਸੇ ਤੋਂ ਡਰਦਾ ਨਹੀਂ। ਭਾਉ ਦਾ ਅਰਥ ਹੈ ਡਰ। ਵਾਹਿਗੁਰੂ ਨੂੰ ਕਿਸੇ ਦਾ ਵੀ ਡਰ ਨਹੀਂ। ਇੱਕ ਹੈ ਭਾਉ ਤੇ ਇੱਕ ਹੈ ਨਿਰਭਉ। ਇੱਕ ਹੈ ਮਲ ਮੈਲਾ ਤੇ ਦੂਜਾ ਹੈ ਨਿਰਮਲ, ਜਿਹੜਾ ਮੈਲ ਤੋਂ ਰਹਿਤ ਹੋਵੇ। ਇੱਕ ਹੁੰਦਾ ਹੈ ਵੈਰ ਤੇ ਇੱਕ ਹੁੰਦਾ ਹੈ ਨਿਰਵੈਰ। ਵਾਹਿਗੁਰੂ ਨਿਰਵੈਰ ਹੈ, ਨਿਰਭਉ ਹੈ। ਇੱਥੇ ਵੀ ਜਦੋਂ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਦੂਜੜੀ ਲਾਭ ਦੇ ਵਿੱਚ, ਜੀਵ ਨੂੰ ਸਮਝਾਇਆ ਹੈ ਕਿ ਅਕਾਲ ਪੁਰਖ ਤੱਕ ਪਹੁੰਚਣ ਤੋਂ ਪਹਿਲਾਂ ਜੋ ਜੋ ਵਾਪਰਦਾ ਹੈ ਉਹ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਸਮਝਾ ਰਹੇ ਨੇ ਵੀ ਨਿਰਭਉ ਭੈ ਮਨ ਹੋਏ। ਮਨ ਉਦਣ ਨਿਰਭਉ ਹੁੰਦਾ ਹੈ ਜਿੱਦਣ ਵਾਹਿਗੁਰੂ ਦਾ ਭੈ ਮਨ ਵਿੱਚ ਹੋਏ। ਜਿੱਦਣ ਵਾਹਿਗੁਰੂ ਦਾ ਡਰ ਮਨ ਵਿੱਚ ਆ ਗਿਆ, ਸਾਰੇ ਡਰ ਮੁੱਕ ਜਾਂਦੇ ਨੇ। ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਨੂੰ ਜਪਦਿਆਂ ਬੰਦਾ ਨਿਰਭਉ ਹੋ ਜਾਂਦਾ ਹੈ। ਨਿਰਵੈਰ ਨੂੰ ਜਪਦਿਆਂ ਜਪਦਿਆਂ ਨਿਰਵੈਰ ਹੋ ਜਾਂਦਾ ਹੈ। ਇਸ ਕਰਕੇ ਨਿਰਮਲ ਨੂੰ ਜਪਦਿਆਂ ਜਪਦਿਆਂ ਨਿਰਮਲ ਹੋ ਜਾਂਦਾ ਹੈ। ਸੋ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ, ਨਿਰਭਉ ਭੈ ਮਨ ਹੋਏ। ਸਾਧ ਸੰਗਤ ਜੀ, ਭਉ ਜਿਹੜਾ ਹੈ 2 ਪ੍ਰਕਾਰ ਦਾ ਹੈ। ਆਮ ਭਾਸ਼ਾ ਦੇ ਵਿੱਚ, ਆਮ ਸ਼ਬਦਾਂ ਦੇ ਵਿੱਚ ਡਰ ਜਿਹੜਾ ਹੈ 2 ਪ੍ਰਕਾਰ ਦਾ ਹੈ। ਇੱਕ ਹੈ ਮੈਲਾ ਭਉ ਤੇ ਦੂਜਾ ਹੈ ਨਿਰਮਲ ਭਉ। ਇੱਕ ਹੁੰਦਾ ਹੈ ਮੈਲਾ ਡਰ ਤੇ ਦੂਜਾ ਹੁੰਦਾ ਹੈ ਪਵਿੱਤਰ ਡਰ। ਹੋਰ ਸੌਖਿਆਂ ਸਮਝਣ ਵਾਸਤੇ ਇਹਨੂੰ ਇੱਦਾਂ ਵੀ ਕਹਿ ਸਕਦੇ ਹਾਂ ਵੀ ਇੱਕ ਡਰ ਹੈ ਦੁਨੀਆ ਦਾ ਤੇ ਦੂਜਾ ਡਰ ਹੈ ਪ੍ਰਮਾਤਮਾ ਦਾ, ਵਾਹਿਗੁਰੂ ਦਾ। ਵੈਸੇ ਵਿਦਵਾਨਾਂ ਨੇ 7 ਪ੍ਰਕਾਰ ਦਾ ਡਰ ਮੰਨਿਆ ਹੈ ਵੀ 7 ਪ੍ਰਕਾਰ ਦਾ ਭਉ ਹੁੰਦਾ ਹੈ। ਜੀਵ ਨੂੰ 7 ਤਰ੍ਹਾਂ ਦਾ ਡਰ ਸਤਾਉਂਦਾ ਹੈ। 7 ਤਰ੍ਹਾਂ ਦਾ ਡਰ ਦੇ ਵਿੱਚ ਜ਼ਿੰਦਗੀ ਜਿਉਂਦਾ ਹੈ ਇਨਸਾਨ। ਹੋਰ ਸੌਖੇ ਤਰੀਕੇ ਦੇ ਨਾਲ ਸਮਝਣਾ ਹੋਵੇ ਤੇ ਵਿਦਵਾਨਾਂ ਨੇ ਇਹਦੇ 3 ਹਿੱਸੇ ਕੀਤੇ ਨੇ। ਕਹਿੰਦੇ ਨੇ ਇੱਕ ਹੈ ਦੁਨਿਆਵੀ, ਇੱਕ ਹੈ ਦੀਨੀ ਡਰ ਤੇ ਤੀਸਰਾ ਹੈ ਦੈਵੀ ਡਰ। ਹੁਣ ਦੈਵੀ ਦਾ ਮਤਲਬ ਇਹ ਨਹੀਂ ਕਿ ਕੋਈ ਦੇਵੀ ਦਾ ਨਾਮ ਹੈ, ਨਹੀਂ। ਦੁਨਿਆਵੀ ਤਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਦੁਨਿਆਵੀ ਡਰ ਕੀ ਹੈ। ਜਿੰਨੀ ਵੀ ਸ੍ਰਿਸ਼ਟੀ ਸਾਜੀ ਹੈ ਮਹਾਰਾਜ ਨੇ ਸਾਰੀ ਡਰ ਦੇ ਵਿੱਚ ਹੈ। ਵਾਹਿਗੁਰੂ ਦੇ ਡਰ ਦੇ ਵਿੱਚ ਹੀ ਸਾਰਾ ਕੁਝ ਚੱਲ ਰਿਹਾ ਹੈ। ਜਿੰਨਾ ਦਿਸਦਾ ਅਣਦਿਸਦਾ ਹੈ ਉਹ ਵਾਹਿਗੁਰੂ ਦੇ ਭਉ ਦੇ ਵਿੱਚ ਹੈ। ਜਦੋਂ ਬਾਣੀ ਪੜ੍ਹਾਂਗੇ ਫਿਰ ਪਤਾ ਲੱਗੇਗਾ ਵੀ ਕੌਣ ਕੌਣ ਭੈ ਦੇ ਵਿੱਚ ਹੈ। ਮਹਾਰਾਜ ਨੇ ਆਖਿਆ ਜਿੱਦਣ ਵਾਹਿਗੁਰੂ ਨੇ ਸੰਸਾਰ ਨੂੰ ਰਚਿਆ ਹੈ ਨਾਲ ਡਰ ਵੀ ਪੈਦਾ ਕੀਤਾ ਹੈ, ਭੈ ਦੇ ਵਿੱਚ ਰੱਖਿਆ ਹੈ ਇਹਨਾਂ ਨੂੰ ਹੁਕਮ ਦੇ ਵਿੱਚ ਰੱਖਿਆ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਹੁਕਮ ਦਾ ਮਤਲਬ ਹੀ ਇਹ ਹੈ ਵੀ ਹੁਕਮ ਦੇ ਵਿੱਚ ਆਗਿਆ ਵਿੱਚ ਰੱਖਣਾ, ਤੇ ਆਗਿਆ ਵਿੱਚ ਉਹੀ ਰਹਿੰਦਾ ਹੈ ਜਿਹਦਾ ਅਦਬ ਹੋਵੇ, ਡਰ ਹੋਵੇ। ਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਵੀ ਡਰ ਦੇ ਵਿੱਚ ਪਾਣੀ ਵੀ ਹੈ, ਹਵਾ ਵੀ ਹੈ, ਜਿੰਨੇ ਦਰਿਆ ਨੇ, ਅੱਗ ਹੈ, ਧਰਤੀ ਹੈ, ਅਸਮਾਨ ਹੈ, ਬੱਦਲ ਹਨ, ਮੀਂਹ ਹੈ, ਚਾਹੇ ਉਹ ਧਰਮ ਰਾਜਾ ਹੈ, ਚਾਹੇ ਸੂਰਜ ਹੈ, ਚੰਦਰਮਾ ਨੇ, ਜੋ ਵੀ ਦਿਸਦਾ ਹੈ ਨਾ ਦਿਸਦਾ ਹੈ ਸਾਰੇ ਭਉ ਦੇ ਵਿੱਚ ਨੇ। ਜਦੋਂ ਬਾਣੀ ਪੜ੍ਹਾਂਗੇ ਬਚਨ ਆਉਂਦੇ ਨੇ, ਭੈ ਵਿੱਚ ਪਵਣ ਵਹਿ ਸਦ ਵਾਓ, ਭੈ ਵਿੱਚ ਚੱਲਹਿ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਅਨੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵਹਿ ਪੂਰ। ਕਰਦਿਆਂ ਕਰਦਿਆਂ ਮਹਾਰਾਜ ਨੇ ਦੱਸਿਆ ਹੈ ਕਿ ਸਗਲਿਆਂ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਵੀ ਸਾਰਿਆਂ ਦੇ ਸਿਰ ਦੇ ਉੱਤੇ, ਮੱਥੇ ਉੱਤੇ ਡਰ ਲਿਖਿਆ ਹੈ, ਡਰ ਪਾਇਆ ਹੈ।
ਸਿਰਫ ਜੇ ਡਰ ਤੋਂ ਬਿਨਾਂ ਹੈ ਤੇ ਉਹ ਇੱਕ ਨਿਰੰਕਾਰ ਨਿਰਭਉ ਵਾਹਿਗੁਰੂ ਆਪ ਹੈ। ਬਾਣੀ ਪੜ੍ਹਦਿਆਂ ਹੋਰ ਬੜੀ ਥਾਈਂ ਇਹ ਪ੍ਰਮਾਣ ਮਿਲਦਾ ਹੈ ਵੀ ਕੌਣ ਕੌਣ ਡਰ ਰਿਹਾ ਹੈ। ਕਿਤੇ ਬੜੇ ਸੋਹਣੇ ਬਚਨ ਲਿਖੇ ਨੇ ਬਾਣੀ ਦੇ ਵਿੱਚ, ਡਰ ਪੈ ਧਰਤ ਆਕਾਸ ਨਖੇਤਰਾ, ਸਿਰ ਊਪਰ ਅਮਰ ਕਰਾਰਾ, ਪੌਣ ਪਾਣੀ ਬੈ ਸੰਤਰ ਡਰ ਪੈ ਇੰਦਰ ਵਿਚਾਰਾ, ਸਗਲ ਸਮਗਰੀ ਡਰਹਿ ਵਿਆਪੀ, ਬਿਨ ਡਰ ਕਰਣੈ ਹਾਰਾ, ਕਹੋ ਨਾਨਕ ਭਗਤਨ ਕਾ ਸੰਗੀ, ਭਗਤ ਸੋਹ ਹੈ ਦਰਬਾਰਾ। ਕਿ ਸਗਲ ਸਮਗਰੀ ਜਿੰਨੀ ਵੀ ਹੈ ਸਾਰੀ ਡਰ ਰਹੀ ਹੈ, ਬਿਨਾਂ ਡਰ ਤੋਂ ਹੈ ਤਾਂ ਇੱਕ ਵਾਹਿਗੁਰੂ ਹੈ, ਨਹੀਂ ਤਾਂ ਸਾਰੇ ਹੀ ਹੁਕਮ ਦੇ ਵਿੱਚ ਨੇ, ਡਰ ਦੇ ਵਿੱਚ ਨੇ। ਪਰ ਅਫਸੋਸ ਦੀ ਗੱਲ ਇਹ ਹੁੰਦੀ ਹੈ ਕਿ ਸਿਰਫ ਇੱਕ ਮਨੁੱਖ ਜਾਤੀ ਹੈ ਜਿਹੜੀ ਕਦੇ ਕਦੇ ਮੁਨਕਰ ਹੋ ਜਾਂਦੀ ਹੈ ਵੀ ਮੈਂ ਨਹੀਂ ਕਿਸੇ ਤੋਂ ਡਰਦਾ, ਪਰਮਾਤਮਾ ਦਾ ਡਰ ਵੀ ਨਹੀਂ। ਹੁਣ ਇਹ ਤਿੰਨ ਤਰ੍ਹਾਂ ਦਾ ਡਰ ਕੀ ਹੈ, ਇਹਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ। ਪਹਿਲੀ ਤਰ੍ਹਾਂ ਦਾ ਡਰ ਜਿਹੜਾ ਹੈ ਵਿਦਵਾਨਾਂ ਨੇ ਆਖਿਆ ਦੁਨਿਆਵੀ ਡਰ ਹੈ, ਜਿਹੜਾ ਜਨਮ ਤੋਂ ਪੈਦਾ ਹੁੰਦਾ ਇਨਸਾਨ ਦੇ ਨਾਲ। ਇਹ ਜਨਮ ਤੋਂ ਹੀ ਸਾਡੇ ਅੰਦਰ ਡਰ ਦੀ ਜਿਹੜੀ ਬਿਰਤੀ ਹੈ ਇਹ ਪੈਦਾ ਹੋਈ ਹੈ। ਹੁਣ ਆਮ ਛੋਟਾ ਬੱਚਾ ਹੈ, ਕਿਤੇ ਨਾ ਕਿਤੇ ਬਹੁਤ ਸੂਖਮ ਜਿਹਾ ਡਰ ਉਹਦੇ ਅੰਦਰ ਵੀ ਹੈ, ਕਿਉਂਕਿ ਮਾਂ ਪਿਓ ਛੋਟੇ ਜਿਹੇ ਬੱਚੇ ਨੂੰ ਕਹਿਣਗੇ ਵੀ ਹਨੇਰੇ ਦੇ ਵਿੱਚ ਜਲਦੀ ਸੌਂ ਜਾਓ, ਬਾਹਰ ਬੱਚੇ ਭੂਤ ਆ ਜਾਏਗਾ, ਇਹ ਹੋ ਜਾਏਗਾ, ਉੱਦਾਂ ਹੋ ਜਾਏਗਾ। ਸੋ ਇਸ ਤਰ੍ਹਾਂ ਬੱਚੇ ਨੂੰ ਡਰਾਇਆ ਜਾਂਦਾ ਹੈ। ਇਹ ਜਿਹੜਾ ਗੁਪਤ ਡਰ ਹੈ ਅੰਦਰ, ਉਹ ਫਿਰ ਇਸ ਡਰ ਨੂੰ ਹੋਰ ਕਈ ਰੂਪਾਂ ਦੇ ਵਿੱਚ ਪੈਦਾ ਹੁੰਦਾ ਹੈ, ਪ੍ਰਗਟ ਕਰਦਾ ਹੈ। ਸੋ ਇਸੇ ਤਰ੍ਹਾਂ ਜਿਵੇਂ ਜੀਵ ਜੰਤੂ ਨੇ, ਜਿਹੜਾ ਵੱਡਾ ਜੀਵ ਹੈ ਉਹ ਛੋਟੇ ਜਿਹੜੇ ਨੇ ਉਹਦੇ ਤੋਂ ਡਰਦੇ ਨੇ। ਜੰਗਲ ਦੇ ਵਿੱਚ ਸ਼ੇਰ ਤੋਂ ਸਾਰੇ ਡਰਦੇ ਨੇ, ਛੋਟੇ ਜੀਵ ਵੱਡਿਆਂ ਤੋਂ ਡਰਦੇ ਨੇ, ਅਤੇ ਛੋਟੇ ਇਨਸਾਨ ਵੱਡਿਆਂ ਇਨਸਾਨਾਂ ਤੋਂ ਡਰਦੇ ਨੇ। ਸੋ ਇਹ ਡਰ ਜਿਹੜਾ ਹੈ ਸੁਭਾਵਿਕ ਹੈ। ਕਿਤੇ ਆਮ ਹੀ ਬੰਦਿਆਂ ਨੂੰ ਵੇਖੀਏ ਇਕੱਲੇ ਡਰੀ ਜਾਣਗੇ। ਹਨੇਰੇ ਤੋਂ ਬੜਾ ਡਰ ਆਉਂਦਾ ਕਈਆਂ ਨੂੰ, ਅਤੇ ਕਈ ਡਰਨਗੇ ਅੱਗ ਤੋਂ ਡਰਦੇ ਨੇ, ਅੱਗ ਦੇ ਕੋਲ ਨਹੀਂ ਜਾਂਦੇ। ਪਾਣੀ ਦਾ ਡਰ ਹੈ, ਅਸਮਾਨੀ ਬਿਜਲੀ ਗੜਕੇ ਅਤੇ ਉਹ ਤੋਂ ਬੜਾ ਡਰ ਆਉਂਦਾ ਕਈਆਂ ਨੂੰ। ਕਿਤੇ ਐਕਸੀਡੈਂਟ ਨਾ ਹੋ ਜਾਵੇ, ਗੱਡੀ 'ਤੇ ਜਾਂਦਿਆਂ ਡਰੀ ਜਾਣਗੇ। ਬਹੁਤੇ ਤਾਂ ਸਫ਼ਰ ਹੀ ਨਹੀਂ ਕਰਦੇ ਵੀ ਕਿਤੇ ਕੋਈ ਦੁਰਘਟਨਾ ਨਾ ਹੋ ਜਾਵੇ ਅਤੇ ਸਾਡੀ ਮੌਤ ਨਾ ਹੋ ਜਾਵੇ, ਕਿਤੇ ਸੱਟ ਪੇਟ ਨਾ ਲੱਗ ਜੇ। ਕਿਤੇ ਬਿਮਾਰੀ ਦਾ ਡਰ ਹੈ। ਆਹ ਕਰੋਨਾ ਵਾਇਰਸ ਚੱਲ ਰਿਹਾ, ਸਾਰੀ ਦੁਨੀਆ ਸੁੱਕਣੇ ਪਾਈ ਇਹਨੇ। ਸਾਰੇ ਹੀ ਡਰਦੇ ਫਿਰਦੇ ਨੇ ਇੱਕ ਦੂਜੇ ਕੋਲੋਂ। ਮਾੜਾ ਜਿਹਾ ਕਿਸੇ ਨੇ ਛਿੱਕ ਮਾਰੀ ਨਹੀਂ, ਕੋਈ ਮਾੜਾ ਜਿਹਾ ਜ਼ੁਕਾਮ ਲੱਗਾ ਨਹੀਂ, ਥੋੜ੍ਹਾ ਜਿਹਾ ਬੁਖਾਰ ਹੋਇਆ ਨਹੀਂ ਅਤੇ ਲੋਕੀ ਪਾਸਾ ਵੱਟਣਾ ਸ਼ੁਰੂ ਕਰ ਦਿੰਦੇ ਨੇ। ਇਹ ਬਿਮਾਰੀ ਦਾ ਡਰ ਦੁਨੀਆ ਨੂੰ ਬੜਾ ਸਤਾ ਰਿਹਾ ਹੈ। ਦੇਸ਼ਾਂ ਵਿਦੇਸ਼ਾਂ 'ਚ ਅਸਰ ਪਿਆ ਇਹਦਾ। ਜਹਾਜ਼ ਤੱਕ ਬੰਦ ਹੋ ਗਏ ਨੇ ਜਿਹੜੇ ਕਦੀ ਰੁਕੇ ਨਹੀਂ। ਰੇਲਾਂ ਰੋਕ ਦਿੱਤੀਆਂ ਨੇ ਕਿਉਂਕਿ ਬਿਮਾਰੀ ਦਾ ਡਰ ਹੈ, ਫੈਲ ਨਾ ਜਾਵੇ। ਇਹ ਇਨਸਾਨ ਦੇ ਅੰਦਰ ਹੈ। ਹੋਰ ਕਈ ਤਰ੍ਹਾਂ ਦੇ ਡਰ ਨੇ ਜਿਹੜੇ ਇਨਸਾਨ ਦੇ ਅੰਦਰ ਨੇ। ਕਿਤੇ ਕਾਨੂੰਨ ਦਾ ਡਰ ਹੈ, ਕਿਤੇ ਸਜ਼ਾ ਦਾ ਡਰ ਹੈ, ਚੋਰੀ ਕਰਾਂਗਾ ਤੇ ਸਜ਼ਾ ਮਿਲੇਗੀ। ਕਿਤੇ ਕੋਈ ਕੁਕਰਮ ਹੋ ਗਿਆ ਤੇ ਦੁਨੀਆ ਵੇਖੇਗੀ, ਬੇਇੱਜ਼ਤੀ ਹੋਵੇਗੀ, ਡਰ ਹੈ। ਮਾਨ ਪ੍ਰਤਿਸ਼ਠਾ ਨਾ ਚਲੀ ਜਾਵੇ, ਵਡਿਆਈ ਨਾ ਚਲੀ ਜਾਵੇ, ਬਦਨਾਮੀ ਨਾ ਪੱਲੇ ਪੈ ਜਾਵੇ। ਸੋ ਇਸ ਤਰ੍ਹਾਂ ਹੋਰ ਵੀ ਕਈ ਜਿਹੜੇ ਡਰ ਨੇ ਇਨਸਾਨ ਦੇ ਅੰਦਰ ਹਨ। ਹੁਣ ਗਰੀਬ ਤਾਂ ਡਰੇ ਤਗੜੇ ਕੋਲੋਂ, ਅਤੇ ਤਗੜੇ ਬੰਦੇ ਵੀ ਡਰਦੇ ਨੇ। ਮਾਇਆਧਾਰੀ ਵੀ ਡਰਦਾ ਹੈ, ਅਤੇ ਜਿਹਦੇ ਕੋਲ ਪੱਲੇ ਕੁਝ ਨਹੀਂ ਉਹ ਵੀ ਡਰਦਾ ਹੈ। ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰੈ ਭਰਮੰਤਾ। ਜਿਹਦੇ ਕੋਲ ਮਾਇਆ ਜ਼ਿਆਦਾ ਹੈ ਉਹ ਵੀ ਡਰ ਰਿਹਾ ਹੈ ਕਿ ਕਿਤੇ ਮਾਇਆ ਆਈ ਹੈ, ਚਲੀ ਨਾ ਜਾਵੇ। ਅੱਜ ਕਾਰੋਬਾਰ ਚੱਲ ਰਹੇ ਨੇ, ਕੱਲ੍ਹ ਨੂੰ ਚੱਲਣ ਕਿ ਨਾ ਚੱਲਣ, ਪਤਾ ਨਹੀਂ ਕੀ ਬਣੇਗਾ। ਅਤੇ ਜਿਹੜਾ ਗਰੀਬ ਹੈ ਉਹ ਤਾਂ ਡਰ ਰਿਹਾ ਹੈ ਵੀ ਕੱਲ੍ਹ ਦੀ ਰੋਟੀ ਪੱਕਣੀ ਹੈ ਕਿ ਨਹੀਂ ਪੱਕਣੀ, ਪਤਾ ਨਹੀਂ ਆਉਣ ਵਾਲਾ ਅਗਲਾ ਮਹੀਨਾ ਕਿਵੇਂ ਦਾ ਹੈ। ਇਸ ਤਰ੍ਹਾਂ ਧਨ ਦਾ ਵੀ ਡਰ ਹੈ, ਅਤੇ ਹੋਰ ਵੀ ਜਿਵੇਂ ਡਰ ਬਹੁਤ ਜ਼ਿਆਦਾ ਨੇ ਇਨਸਾਨ ਦੇ ਅੰਦਰ। ਇਹ ਦੁਨਿਆਵੀ ਡਰ ਨੇ। ਸਾਰੀ ਜ਼ਿੰਦਗੀ ਹੀ ਇਨਸਾਨ ਦੀ ਡਰ ਦੇ ਵਿੱਚ ਲੰਘ ਜਾਂਦੀ ਹੈ। ਕਿਤੇ ਡਰਦਿਆਂ ਲੰਘ ਜਾਂਦੀ ਹੈ, ਕਿਤੇ ਡਰਾਉਂਦਿਆਂ ਲੰਘ ਜਾਂਦੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ, ਭਾਈ ਨਾ ਕਿਸੇ ਨੂੰ ਡਰਾਓ ਅਤੇ ਨਾ ਕਿਸੇ ਤੋਂ ਡਰੋ। ਅਤੇ ਗਿਆਨੀ ਤਾਂ ਉਹੀ ਹੈ, ਸੂਝਵਾਨ ਤਾਂ ਉਹੀ ਹੈ, ਸਿਆਣਾ ਤਾਂ ਉਹੀ ਹੈ ਜਿਹੜਾ ਨਾ ਕਿਸੇ ਨੂੰ ਡਰ ਦੇਵੇ ਅਤੇ ਨਾ ਕਿਸੇ ਦਾ ਡਰ ਮੰਨੇ। ਸਿੱਖ ਵੀ ਉਹੀ ਹੈ
ਜਿਹੜਾ ਨਾ ਡਰੇ ਤੇ ਨਾ ਡਰਾਵੇ। ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਇਸ ਤਰ੍ਹਾਂ ਭਾਈ ਨਾ ਡਰ ਦੇਵੋ ਤੇ ਨਾ ਕਿਸੇ ਦਾ ਡਰ ਮੰਨੋ। ਇਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ ਹੈ। ਹੁਣ ਇਨਸਾਨ ਡਰਦਾ ਕਿਉਂ ਹੈ? ਡਰ ਦੇ ਕਾਰਨ ਕੀ ਹੈ ਦਾ? ਕਿਉਂਕਿ ਪਿੱਛੇ ਕਾਰਨ ਹੈ ਮੌਤ ਦਾ, ਵੀ ਮੌਤ ਨਾ ਹੋ ਜਾਵੇ, ਵੀ ਮੈਂ ਮਰ ਨਾ ਜਾਵਾਂ। ਪਾਣੀ ਵਿੱਚ ਜਾਣ ਤੋਂ ਡਰਦਾ ਹੈ, ਅੱਗ ਦੇ ਕੋਲ ਜਾਣ ਤੋਂ ਡਰਦਾ ਹੈ, ਸੱਪ ਵੇਖ ਲੈਂਦਾ ਤੇ ਸਾਹ ਸੁੱਕ ਜਾਂਦੇ ਨੇ ਵੀ ਕਿਤੇ ਡੰਗ ਵੱਜ ਗਿਆ ਤੇ ਮੇਰੀ ਮੌਤ ਹੋ ਜਾਣੀ। ਜਿੰਨੀ ਤਰ੍ਹਾਂ ਦਾ ਵੀ ਡਰ ਹੈ, ਕਿਸੇ ਨਾਲ ਲੜਾਈ ਝਗੜੇ ਤੋਂ ਡਰਦੇ ਨੇ, ਕੋਰਟ ਕਚਹਿਰੀਆਂ ਤੋਂ ਡਰਦੇ ਨੇ, ਦੁਰਘਟਨਾ ਤੋਂ ਡਰਦੇ ਨੇ। ਜਿੰਨੇ ਵੀ ਡਰ ਆਪਾਂ ਪਿੱਛੇ ਗਿਣ ਕੇ ਆਏ ਹਾਂ, ਕਿਤੇ ਭੁੱਖ ਨਾ ਮੌਤ ਹੋ ਜਾਵੇ। ਹਨੇਰੇ 'ਚ ਇਨਸਾਨ ਇਕੱਲਾ ਡਰਦਾ ਰਹਿੰਦਾ, ਕਿਤੇ ਕੋਈ ਚੰਬੜ ਨਾ ਜਾਵੇ, ਕੋਈ ਭੂਤ ਪ੍ਰੇਤ ਨਾ ਆ ਜਾਵੇ, ਕੋਈ ਚੀਜ਼ ਦੱਬ ਨਾ ਲਵੇ ਆਣ ਕੇ ਮੈਨੂੰ। ਸੋ ਇਸ ਤਰ੍ਹਾਂ ਇਹ ਮੌਤ ਦਾ ਡਰ ਹੈ। ਗੁਰੂ ਸਾਹਿਬ ਨੇ ਬਾਣੀ ਉਚਾਰੀ ਹੈ, ਗੁਰੂ ਕੀ ਬਾਣੀ ਅਤੇ ਨਾਮ ਇਹ ਜੀਵ ਦੇ ਅੰਦਰੋਂ ਡਰ ਖਤਮ ਕਰ ਦਿੰਦਾ ਹੈ। ਬਾਣੀ ਨੇ ਇਹਨੂੰ ਨਿਰਭਉ ਕਰਨਾ ਹੈ, ਵੀ ਮਕਸਦ ਇਹ ਹੈ ਵੀ ਨਿਰਭਉ ਹੋ ਜਾਵੇ ਤੇ ਬੇਖੌਫ ਹੋ ਕੇ ਜ਼ਿੰਦਗੀ ਜੀਵੇਂ, ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਖੌਫ ਤੋਂ। ਕਿਉਂਕਿ ਡਰ ਦਾ ਮਤਲਬ ਹੀ ਇਹ ਹੈ ਖੌਫ, ਸਹਿਮ, ਹਰ ਵੇਲੇ ਸਹਿਮਿਆ ਹੋਇਆ। ਸੋ ਇਹਦਾ ਕਾਰਨ ਸਾਧ ਸੰਗਤ ਇਹ ਹੈ ਕਿ ਅੰਦਰ ਮੈਲ ਹੈ ਕਿਤੇ ਨਾ ਕਿਤੇ। ਜਿਹੜਾ ਇਨਸਾਨ ਮੌਤ ਤੋਂ ਡਰ ਰਿਹਾ ਹੈ, ਮੌਤ ਚੰਗੀ ਨਹੀਂ ਲੱਗਦੀ, ਕਿਤੇ ਨਾ ਕਿਤੇ ਉਹਦੇ ਅੰਦਰ ਸੂਖਮ ਜਿਹੀ ਮੈਲ ਜ਼ਰੂਰ ਹੋਵੇਗੀ ਵੀ ਉਹ ਮੌਤ ਤੋਂ ਡਰਦਾ ਕਿਉਂ ਹੈ। ਇਹਨੂੰ ਮੈਲਾ ਡਰ ਆਖਿਆ ਹੈ ਬਾਣੀ ਦੇ ਵਿੱਚ। ਵਿਦਵਾਨਾਂ ਨੇ ਇਹਨੂੰ ਮੈਲ ਵਾਲਾ ਡਰ ਆਖਿਆ ਹੈ, ਮੈਲਾ ਭਾਉ। ਇਹ ਪਵਿੱਤਰ ਨਹੀਂ ਹੈ, ਨਿਰਮਲ ਨਹੀਂ ਹੈ, ਵੀ ਆਮ ਹੀ ਡਰੀ ਜਾਣਾ। ਕਿਉਂਕਿ ਮਨ ਮੈਲ ਹੈ, ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਮਨ ਵਿੱਚ ਮੈਲ ਹੈ, ਮਨ ਵਿੱਚ ਡਰ ਹੈ, ਕਿਉਂਕਿ ਪਾਪ ਕੀਤੇ ਨੇ। ਬਾਣੀ 'ਚ ਤਾਂ ਇਹ ਵੀ ਲਿਖਿਆ ਮਹਾਰਾਜ ਨੇ ਵੀ ਕਿਤੇ ਨਾ ਕਿਤੇ ਐਸੇ ਪਾਪ ਕੀਤੇ ਨੇ ਜਿਹਦੇ ਕਰਕੇ ਮੌਤ ਚੰਗੀ ਨਹੀਂ ਲੱਗਦੀ, ਸਜ਼ਾ ਦਾ ਡਰ ਹੈ। ਸੋ ਡਰੈ ਜੇ ਪਾਪ ਕਮਾਵਦਾ, ਧਰਮੀ ਵਿਗਸੇਤ। ਜਿਹੜਾ ਧਰਮੀ ਇਨਸਾਨ ਹੈ, ਸੱਚਾ ਸੁੱਚਾ ਇਨਸਾਨ ਹੈ, ਉਹਨੂੰ ਕਾਹਦਾ ਡਰ? ਉਹ ਕਹਿੰਦਾ ਭਾਵੇਂ ਅੱਜ ਮੌਤ ਆਵੇ, ਭਾਵੇਂ ਸਵੇਰੇ ਆਵੇ। ਡਰਦਾ ਉਹ ਹੈ ਜਿਹੜਾ ਪਾਪ ਕਰਦਾ ਹੈ। ਪਾਪੀ ਬੰਦੇ ਨੂੰ ਡਰ ਹੈ ਕਿਤੇ ਕੋਈ ਵੇਖ ਨਾ ਲਵੇ। ਬਰਿਆਈ ਹੈ ਅੰਦਰ, ਪਾਪ ਹੈ, ਪਾਪ ਕਰਨ ਵਾਲੇ ਨੂੰ ਡਰ ਹੈ। ਇਕੱਲਾ ਵੀ ਡਰ ਆਵੇਗਾ, ਜਦੋਂ ਪਾਪ ਕਰੇਗਾ ਇਕੱਲਾ ਵੀ ਡਰੇਗਾ। ਆਪਣੇ ਆਪ ਤੋਂ ਡਰ ਆਉਂਦਾ ਹੈ। ਚੋਰੀ ਕਰਨ ਵਾਲਾ ਇਨਸਾਨ ਡਰਦਾ ਹੈ, ਬਰਿਆਈ ਕਰਨ ਵਾਲਾ ਡਰੇ, ਕੁਕਰਮੀ ਡਰੇ, ਗਦਾਰੀ ਕਰਨ ਵਾਲਾ ਡਰੇ, ਬੇਈਮਾਨ ਡਰੇ। ਸਜ਼ਾ ਦਾ ਡਰ ਹੈ, ਕਿਉਂਕਿ ਸਜ਼ਾ ਹੈ। ਚੋਰੀ ਕਰਨ ਵਾਲਾ ਡਰਦਾ, ਜਿਹਨੇ ਇਨਸਾਨ ਨੇ ਚੋਰੀ ਕੀਤੀ ਹੈ, ਕਾਨੂੰਨ ਦਾ ਡਰ ਹੈ ਉਹਨੂੰ। ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਹੈ। ਹੁਣ ਚੋਰੀ ਵੀ ਕਈ ਤਰ੍ਹਾਂ ਦੀ ਹੈ। ਕਈਆਂ ਦੀ ਵਿੱਦਿਆ ਚੋਰੀ ਕਰ ਲੈਣੀ, ਕਈਆਂ ਦੀ ਨਿੰਦਿਆ ਕਰਨੀ। ਨਿੰਦਿਆ ਕਰਨ ਵਾਲਾ ਵੀ ਡਰਦਾ ਹੈ। ਪਹਿਲਾਂ ਨਿੰਦਿਆ ਕਰ ਲੈਂਦੇ ਨੇ, ਚੁਗਲੀ ਕਰ ਲੈਂਦੇ ਨੇ ਪਿੱਠ ਪਿੱਛੇ, ਅਤੇ ਫਿਰ ਡਰਦੇ ਰਹਿੰਦੇ ਨੇ ਵੀ ਜਿਹਨੂੰ ਦੱਸੀਏ ਕਿਤੇ ਜਾ ਕੇ ਉਹਨੂੰ ਦੱਸ ਨਾ ਦੇਵੇ, ਕੀ ਭਾਣਾ ਵਰਤੇਗਾ। ਫਿਰ ਪਹਿਲਾਂ ਲੋਕ ਆਂਦੇ ਹੁੰਦੇ ਨੇ ਗੱਲ ਹੌਲੀ ਕਰੋ, ਕੰਧਾਂ ਨੂੰ ਵੀ ਕੰਨ ਹੁੰਦੇ ਜੇ, ਡਰੋ। ਗੱਲ ਕਰਨ ਲੱਗਿਆਂ ਵੀ ਮਨ 'ਚ ਡਰ ਰੱਖਣਾ। ਅਤੇ ਹੁਣ ਤੇ ਕੰਧਾਂ ਨੂੰ ਕੈਮਰੇ ਵੀ ਆ ਗਏ ਨੇ, ਅੱਖਾਂ ਵੀ ਲੱਗ ਗਈਆਂ ਨੇ। ਗੁਰਦੁਆਰਿਆਂ ਦੇ ਵਿੱਚ ਵੀ ਕੈਮਰੇ ਤਾਂ ਲੱਗੇ ਨੇ ਕਿਉਂਕਿ ਇਨਸਾਨ ਦੇ ਅੰਦਰ ਰੱਬ ਤੋਂ ਡਰਨ ਵਾਲੀ ਬਿਰਤੀ ਖਤਮ ਹੋ ਗਈ ਹੈ। ਇਨਸਾਨ ਦੁਨਿਆਵੀ ਕੈਮਰੇ ਤੋਂ ਤਾਂ ਡਰਦਾ ਏ, ਪਰ ਰੱਬ ਤੋਂ ਨਹੀਂ ਡਰਦਾ। ਇਸ ਕਰਕੇ ਇਹ ਸਾਰੇ ਡਰ ਤਾਂ ਨੇ, ਮੌਤ ਦਾ ਡਰ, ਸਜ਼ਾ ਦਾ ਡਰ, ਪਾਪਾਂ ਦਾ ਡਰ, ਬੇਈਮਾਨੀਆਂ ਦਾ ਡਰ ਤਾਂ ਹੈ ਕਿਉਂਕਿ ਪਰਮੇਸ਼ਰ ਦਾ ਡਰ ਹਿਰਦੇ ਵਿੱਚ ਨਹੀਂ। ਜਿਹੜਾ ਧਰਮੀ ਇਨਸਾਨ ਹੈ, ਬਾਣੀ ਦੇ ਵਿੱਚ ਰਚਿਆ ਪੁਚਿਆ ਇਨਸਾਨ ਹੈ, ਨਾਮ ਜਪਣ ਵਾਲਾ, ਬਿਰਤੀ ਵਾਲਾ, ਜਗਿਆਸੂ ਹੈ, ਮਹਾਂਪੁਰਖ ਹੈ, ਉਹ ਤੇ ਆਂਦਾ ਮਰਨੈ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਇ, ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੁੱਝੈ ਸੋਏ। ਨਾਨਕ ਐਸੀ ਮਰਨੀ ਜੋ ਮਰੈ, ਤਾ ਸਾਧ ਜੀਵਨ ਹੋਏ। ਉਹ ਆਂਦਾ ਅੱਜ ਮਰਾਂ ਕੱਲ੍ਹ ਮਰਾਂ, ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰਿ ਕੈ ਦੁਆਰ। ਅਤੇ ਗੁਰੂ ਸਾਹਿਬ ਨੇ ਵੀ ਆਖਿਆ ਵੀ ਜਿੱਦਣ
ਮੇਰੇ ਕੋਲ ਚੱਲ ਕੇ ਆਉਣਾ, ਦੁਨੀਆ ਵੱਲੋਂ ਮਰ ਕੇ ਆਵੀਂ। ਜੇ ਤੈਨੂੰ ਮੌਤ ਦਾ ਡਰ ਰਿਹਾ, ਫਿਰ ਤੂੰ ਧਰਮ ਨਹੀਂ ਕਮਾ ਸਕੇਗਾ। ਜਿੱਦਣ 5 ਸੀਸ ਮੰਗੇ ਸਨ, ਉਹ ਇਸੇ ਕਰਕੇ ਮੰਗੇ ਸਨ ਕਿਉਂਕਿ ਆਪਣਾ ਰੂਪ ਦੇਣਾ ਸੀ ਮਹਾਰਾਜ ਨੇ। ਕਿਉਂਕਿ ਮੌਤ ਦਾ ਡਰ ਖਤਮ ਕਰਕੇ, ਦੁਨੀਆ ਦਾ ਡਰ ਖਤਮ ਕਰਕੇ ਹੀ ਧਰਮ ਕਮਾਇਆ ਜਾ ਸਕਦਾ ਹੈ। ਜੇ ਡਰ ਹੈ ਅੰਦਰ ਦੁਨੀਆ ਦਾ ਪ੍ਰਭਾਵ ਹੈ, ਤੇ ਫਿਰ ਮਾਫ਼ ਕਰਨਾ ਧਰਮ ਨਹੀਂ ਜੇ ਕਮਾਇਆ ਜਾ ਸਕਦਾ। ਬਹੁਤੇ ਤਾਂ ਨਹੀਂ ਅੰਮ੍ਰਿਤ ਛਕਦੇ ਕਿਉਂਕਿ ਗਵਾਂਢੀਆਂ ਤੋਂ ਡਰਦੇ ਨੇ, ਸੱਜਣਾ ਦੋਸਤਾਂ ਤੋਂ ਡਰਦੇ ਨੇ ਵੀ ਉਹ ਕੀ ਕਹਿਣਗੇ, ਬਾਬਾ ਬਣ ਗਿਆ। ਤੁਸੀਂ ਹੁਣ ਅੰਮ੍ਰਿਤ ਛਕ ਲਿਆ ਏ, ਤੇ ਆਮ ਹੀ ਇਸ ਕਹਾਵਤ ਤੋਂ ਡਰਦੇ ਰਹਿੰਦੇ ਨੇ ਵੀ ਲੋਕੀ ਕਹਿਣਗੇ ਵੀ 100 ਚੂਹਾ ਖਾ ਕੇ ਬਿੱਲੀ ਹੁਣ ਹੱਜ ਕਰਨ ਚੱਲੀ ਹੈ। ਇਹ ਜਿਹੜੀਆਂ ਗੱਲਾਂ ਨੇ, ਇਹ ਤੋਹਮਤਾਂ ਨੇ, ਜਾਂ ਕੋਈ ਬਣਾਈਆਂ ਹੋਈਆਂ ਗੱਲਾਂ, ਜਿਹੜੇ ਚੁਟਕਲੇ ਨੇ, ਜਾਂ ਜਿਹੜੇ ਇੱਕ ਦੂਜੇ ਦੇ ਕਮੈਂਟ ਕਰਨੇ ਨੇ, ਇਹਨਾਂ ਤੋਂ ਹੀ ਇਨਸਾਨ ਡਰਦਾ ਅੰਮ੍ਰਿਤ ਨਹੀਂ ਛਕਦਾ ਵੀ ਲੋਕੀ ਕੀ ਕਹਿਣਗੇ, ਰਿਸ਼ਤੇਦਾਰ ਕੀ ਕਹਿਣਗੇ। ਪਰ ਗੁਰੂ ਸਾਹਿਬ ਨੇ ਆਖਿਆ ਹੈ ਵੀ ਇਹ ਦੁਨੀਆ ਦੀਆਂ ਪਰਵਾਹ ਕਰਨੀ, ਦੁਨੀਆ ਦਾ ਡਰ ਖਤਮ ਕਰਕੇ ਆਏਗਾ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਬਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਪਹਿਲਾਂ ਮਰਨਾ ਕਬੂਲ ਕਰ ਤੇ ਫਿਰ ਆ, ਫਿਰ ਤੈਨੂੰ ਸਿੱਖੀ ਦਿਆਂਗੇ, ਫਿਰ ਦੁਨੀਆ ਦੀ ਲੋਕ ਲਾਜ ਨਹੀਂ ਮਨ 'ਚ ਰੱਖਣੀ। ਤੇ ਕਈ ਅੰਮ੍ਰਿਤ ਛਕ ਕੇ ਫਿਰ ਸ੍ਰੀ ਸਾਹਿਬ ਥੱਲੋਂ ਦੀ ਪਾਉਣਗੇ। ਇਹਦਾ ਕਾਰਨ ਵੱਡਾ ਕੀ ਹੈ? ਕਿਉਂਕਿ ਡਰ ਹੈ। ਲੋਕੀ ਕਹਿਣਗੇ ਵੀ ਲੈ ਇਹ ਤੇ ਪੂਰਾ ਅੰਮ੍ਰਿਤਧਾਰੀ ਹੋ ਗਿਆ ਹੈ। ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਪੂਰੇ ਨਹੀਂ ਅਜੇ ਹੋਏ, ਅਸੀਂ ਤੁਹਾਡੇ ਵਰਗੇ ਹਾਂ, ਇਹਦੇ ਵੈਸੇ ਹੀ ਅਸੀਂ ਅੰਮ੍ਰਿਤ ਛਕਿਆ ਹੈ, ਟੈਂਪਰੇਰੀ ਜਿਹਾ। ਕਿਉਂਕਿ ਸਾਡੀ ਸ੍ਰੀ ਸਾਹਿਬ ਵੇਖ ਲਓ ਨਹੀਂ ਦਿਸਦੀ, ਵੀ ਕਿਸੇ ਨੂੰ ਭੁਲੇਖਾ ਪਾਉਣਾ ਵੀ ਅਸੀਂ ਅੰਮ੍ਰਿਤਧਾਰੀ ਨਹੀਂ ਜੇ, ਅਸੀਂ ਤੁਹਾਡੇ ਵਰਗੇ ਹੀ ਹਾਂ। ਮਤਾਂ ਕੋਈ ਸਮਝੇ ਵੀ ਅਸੀਂ ਗੁਰੂ ਵਾਲੇ ਬਣ ਗਏ ਹਾਂ, ਲੁਕਾਉਣਗੇ। ਜੇ ਕੇਸ ਚਿੱਟੇ ਹੋ ਰਹੇ ਨੇ ਤੇ ਉਹਨੂੰ ਲੁਕਾਉਣਗੇ, ਕਾਲੇ ਕਰਨਗੇ, ਚਾਹੇ ਉਹ ਬੀਬੀਆਂ ਨੇ ਚਾਹੇ ਭਾਈ ਨੇ, ਕਿਉਂਕਿ ਅੰਦਰ ਮੈਲ ਹੈ। ਡਰ ਤਾਂ ਹੈ ਕਿਉਂਕਿ ਅੰਦਰ ਮੈਲ ਹੈ। ਅਸੀਂ ਕੁਝ ਪਾਪ ਕਰਨਾ ਚਾਹੁੰਦੇ ਹਾਂ, ਜੇ ਕੋਈ ਨਾ ਕੋਈ ਗਲਤ ਕਰਨਾ ਚਾਹੁੰਦੇ ਹਾਂ, ਜਿਸ ਕਰਕੇ ਅਸੀਂ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਹੀ ਨਹੀਂ ਚਾਹੁੰਦੇ ਵੀ ਅਸੀਂ ਸਹੀ ਹੋ ਗਏ ਹਾਂ। ਸੋ ਰਹੋ ਵਿਚਾਰ, ਇਹ ਸਾਰਾ ਕੁਝ ਤਾਂ ਹੈ ਕਿਉਂਕਿ ਮੈਲ ਹੈ ਅੰਦਰ। ਮੈਲਾ ਡਰ ਇਹਨੂੰ ਆਂਦੇ ਨੇ, ਦੁਨੀਆ ਦਾ ਡਰ ਮੈਲਾ ਡਰ ਹੈ। ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਵੀ ਇਹ ਮੌਤ ਦਾ ਡਰ ਤੇਰਾ ਖਤਮ ਹੋ ਸਕਦਾ ਹੈ, ਤੇਰੀ ਮੈਲ ਖਤਮ ਹੋ ਸਕਦੀ ਹੈ। ਮਹਾਰਾਜ ਉਹ ਕਿਵੇਂ? ਮਹਾਰਾਜ ਕਹਿੰਦੇ ਨੇ ਮੈਲ ਤੇਰੀ ਤਾਂ ਖਤਮ ਹੋਵੇਗੀ ਜੇ ਤੂੰ ਵਾਹਿਗੁਰੂ ਦੇ ਗੁਣ ਗਾਵੇਂਗਾ। ਤੇ ਗੁਣ ਗਾਵਤ ਤੇਰੀ ਉਤਰਸ ਮੈਲ, ਮੈਲ ਤੇਰੀ ਉਤਰ ਜਾਏਗੀ, ਤੂੰ ਵਾਹਿਗੁਰੂ ਦੇ ਗੁਣ ਗਾ। ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਰੋਜ਼, ਬੜੀ ਪੜ੍ਹਦੇ ਹਾਂ, ਪਰ ਸਮਝਦਾ ਕੋਈ ਵਿਰਲਾ ਹੈ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋ ਖੇਹ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਦੇ ਨਾਲ ਧੁਪਣੀ ਹੈ ਮੈਲ ਮੱਤ ਵਾਲੀ, ਤੇ ਜਿੱਦਣ ਮੈਲ ਖਤਮ ਹੋ ਗਈ ਉਦਣ ਡਰ ਵੀ ਖਤਮ ਹੋ ਜਾਣਗੇ। ਰਹਿਰਾਸ ਸਾਹਿਬ ਦੇ ਵਿੱਚ 5 ਬਾਣੀਆਂ 'ਚ ਹੀ ਗੁਰੂ ਸਾਹਿਬ ਨੇ ਸਾਰਾ ਕੁਝ ਦੱਸਿਆ ਹੈ। ਪੜ੍ਹਦੇ ਤਾਂ ਹੋ ਰੋਜ਼। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਹਨੇ ਉਸ ਨਿਰਭਉ ਨੂੰ ਧਿਆਇਆ ਹੈ ਉਹਦਾ ਸਾਰੇ ਡਰ ਖਤਮ ਹੋ ਗਏ ਨੇ। ਇਹ ਹੈ ਡਰ ਨੂੰ ਖਤਮ ਕਰਨ ਦਾ ਤਰੀਕਾ। ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ। ਜਿਸ ਦਿਨ ਵਾਹਿਗੁਰੂ ਦਾ ਡਰ ਹਿਰਦੇ ਵਿੱਚ ਆ ਗਿਆ, ਉਸੇ ਦਿਨ ਹੀ ਦੁਨੀਆ ਦਾ ਡਰ ਖਤਮ ਹੋ ਜਾਣਾ ਹੈ। ਫਿਰ ਪ੍ਰਵਾਹ ਨਾਹੀਂ ਕਿਸੈ ਕੇਰੀ, ਬਾਝ ਸੱਚੇ ਨਾਹ। ਤੇ ਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਵੀ ਅੱਜ ਇਹੀ ਕਿਰਪਾ ਕਰ ਰਹੇ ਨੇ। ਨਿਰਭਉ ਪਹਿ ਮਨ ਹੋਇ, ਹਉਮੈ ਮੈਲ ਗਵਾਇਆ, ਬਲ ਰਾਮ ਜੀਓ। ਵੀ ਤੂੰ ਨਿਰਭਉ ਹੋ ਜਾਏਗਾ ਜੇ ਤੇਰੇ ਅੰਦਰ ਭੈ ਮਨ ਹੋਏ, ਵਾਹਿਗੁਰੂ ਦਾ ਭੈ ਜੇ ਹੋਏਗਾ, ਤੇ ਇਹਦੇ ਨਾਲ ਹਉਮੈ ਦੀ ਜਿਹੜੀ ਮੈਲ ਹੈ ਉਹ ਵੀ ਗਵਾਚ ਜਾਵੇਗੀ, ਖਤਮ ਹੋ ਜਾਵੇਗੀ। ਫਿਰ ਤੂੰ ਪਰਵਾਹ ਨਹੀਂ ਕਰੇਗਾ ਕਿਸੇ ਦੀ। ਸੂਬੇ ਦੀ ਕਚਹਿਰੀ ਦੇ ਵਿੱਚ ਬੜੇ ਆਪਣੇ ਨੂੰ ਸਿਆਣੇ ਤੇ ਦਾਨੇ ਕਹਾਉਣ ਵਾਲੇ ਵੀ ਬੈਠੇ ਸਨ।
ਧਰਮੀ ਕਹਾਉਣ ਵਾਲੇ ਵੀ ਬੈਠੇ ਸਨ, ਵੱਡੀਆਂ ਉਮਰਾਂ ਨੇ ਉਹਨਾਂ ਦੀਆਂ, ਤੇ ਦਬਾਉਣਾ ਚਾਹੁੰਦੇ ਨੇ ਸਾਹਿਬਜ਼ਾਦਿਆਂ ਨੂੰ, ਡਰਾਉਣਾ ਚਾਹੁੰਦੇ ਨੇ ਕਿਹਨਾਂ ਨੂੰ, ਜਿਨ੍ਹਾਂ ਨੇ ਡਰ ਖਤਮ ਕਰ ਲਿਆ ਹੈ। ਹੁਣ ਛੋਟੇ ਸਾਹਿਬਜ਼ਾਦੇ ਨਹੀਂ ਡਰਦੇ, ਉਹਨਾਂ ਨੂੰ ਡਰਾਇਆ ਵੀ ਗਿਆ ਹੈ, ਧਮਕਾਇਆ ਵੀ ਗਿਆ ਹੈ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਗੁਰੂ ਦਾ ਡਰ ਹੈ, ਉਹਨਾਂ ਦੇ ਅੰਦਰ ਨਿਰਮਲ ਭਾਵ ਹੈ ਵਾਹਿਗੁਰੂ ਦਾ। ਉਹ ਇੱਕ ਅਕਾਲ ਤੋਂ ਇਲਾਵਾ ਕਿਸੇ ਦਾ ਡਰ ਨਹੀਂ ਮੰਨਦੇ, ਜਿਸ ਕਰਕੇ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੇ ਸਾਰੀ ਦੁਨੀਆ ਦਾ ਡਰ ਖਤਮ ਕਰ ਲਿਆ ਹੈ। ਕਿਤੇ 10 ਲੱਖ ਦਾ ਘੇਰਾ ਹੈ ਤੇ 40 ਸਿੰਘ ਨੇ ਚਮਕੌਰ ਸਾਹਿਬ 'ਚ। ਇੱਕ ਪਾਸੇ 10 ਲੱਖ ਹੈ ਤੇ ਦੂਜੇ ਪਾਸੇ 40 ਸਿੰਘ ਨੇ। ਹੁਣ ਇਹ ਗੱਲ ਕੀ ਹੈ, ਅੰਦਰ ਵੀ ਡਰ ਨਹੀਂ ਆਉਂਦਾ, ਕਿਉਂਕਿ ਅੰਦਰ ਪ੍ਰਮਾਤਮਾ ਦਾ ਡਰ ਮੌਜੂਦ ਹੈ, ਪਹਿਲਾਂ ਹੀ ਵਾਹਿਗੁਰੂ ਦਾ ਡਰ ਹੈ, ਜਿਸ ਕਰਕੇ 10 ਲੱਖ ਦਾ ਡਰ ਵੀ ਉਹਨਾਂ ਨੂੰ ਸਤਾ ਨਹੀਂ ਸਕਦਾ, ਉਹਨਾਂ ਨੂੰ ਕਮਜ਼ੋਰ ਨਹੀਂ ਕਰ ਸਕਦਾ। ਇਸ ਕਰਕੇ ਜੇ ਧਰਮ ਦੀ ਗੱਲ ਕਰੀਏ, ਧਰਮ ਨੂੰ ਕਮਾਉਣ ਤੁਰਿਆ ਹੈ, ਕੋਈ ਨਾਮ ਜਪਣ ਦੀ ਤੁਰਿਆ ਹੈ, ਕੋਈ ਨਾਮ ਜਪਦਾ ਇੱਥੋਂ ਤੱਕ ਫਿਰ ਆਪਣੀ ਮੈਲ ਖਤਮ ਕਰ ਲੈਂਦਾ ਹੈ, ਇੱਥੋਂ ਤੱਕ ਨਿਰਭਉ ਹੋ ਜਾਂਦਾ ਹੈ ਵੀ ਦੁਨੀਆ ਜੋ ਮਰਜ਼ੀ ਆਖੇ ਫਿਰ ਉਹ ਪਰਵਾਹ ਨਹੀਂ ਕਰਦਾ। ਅਬ ਹਮ ਚੱਲੀ ਠਾਕੁਰ ਪਹਿ ਹਾਰ, ਇਸ ਸ਼ਬਦ ਦੇ ਵਿੱਚ ਮਹਾਰਾਜ ਨੇ ਆਖਿਆ, ਕੋਈ ਭਲਾ ਕਹੋ ਭਾਵੈ ਬੁਰਾ ਕਹੋ, ਹਮ ਤਨ ਦੀਓ ਹੈ ਢਾਰ। ਮੈਨੂੰ ਕੋਈ ਭਲਾ ਕਹਿ ਲਓ, ਕੋਈ ਮਾੜਾ ਕਹਿ ਲਓ, ਕੋਈ ਚੰਗਾ ਕਹਿ ਲਓ, ਕੋਈ ਬੇਈਮਾਨ ਕਹਿ ਲਓ, ਮੈਨੂੰ ਕੋਈ ਫਰਕ ਨਹੀਂ। ਨਾਮ ਜਪਣ ਵਾਲਿਆਂ ਨੂੰ ਕਾਹਦੀ ਪਰਵਾਹ ਹੈ, ਕੋਈ ਬੁਰਾ ਭਲਾ ਕਵੇ। ਕਬੀਰ ਸੰਤਨਾ ਛਾੜੈ ਸੰਤਈ, ਜੋ ਕੋਟਿਕ ਮਿਲ ਹੈ ਅਸੰਤ। ਭਾਵੇਂ ਕਰੋੜਾਂ ਬੰਦੇ ਨਿੰਦਦੇ ਰਹਿਣ, ਪਰ ਕਿਸੇ ਦੀ ਪਰਵਾਹ ਨਹੀਂ ਕਰਨੀ। ਇਹ ਹੈ ਇੱਕ ਦਾ ਡਰ ਮਨ ਵਿੱਚ ਆਉਣ ਦੇ ਨਾਲ ਦੁਨਿਆਵੀ ਡਰ ਖਤਮ ਹੋ ਜਾਂਦਾ ਹੈ। ਇਹ ਹੈ ਪਹਿਲੀ ਤਰ੍ਹਾਂ ਦਾ ਡਰ। ਹੁਣ ਦੂਸਰਾ ਡਰ ਕਿਹੜਾ ਹੈ? ਉਹ ਹੈ ਧਾਰਮਿਕ ਡਰ, ਦੀਨੀ ਡਰ ਆਂਦੇ ਨੇ ਇਹਨੂੰ। ਦੀਨ ਹੁੰਦਾ ਹੈ ਧਰਮ, ਤੇ ਧਰਮ ਦਾ ਡਰ। ਹੁਣ ਜਿੰਨੇ ਵੀ ਧਰਮ ਨੇ, ਚਾਹੇ ਇਸਲਾਮ ਹੈ, ਚਾਹੇ ਹਿੰਦੂ ਹੈ, ਚਾਹੇ ਆਪਣਾ ਸਿੱਖ ਜਗਤ ਹੈ, ਇਹਦੇ ਵਿੱਚ ਹਰੇਕ ਧਰਮ ਦੇ ਵਿੱਚ ਕੋਈ ਨਾ ਕੋਈ ਸਜ਼ਾਵਾਂ ਦੱਸੀਆਂ ਗਈਆਂ ਨੇ ਵੀ ਇਨਸਾਨ ਜਦੋਂ ਸਰੀਰ ਛੱਡਦਾ ਹੈ, ਜੇ ਤੂੰ ਪ੍ਰਮਾਤਮਾ ਦਾ ਨਾਮ ਨਾ ਜਪਿਆ ਤੇ ਤੇਰੇ ਨਾਲ ਇੱਦਾਂ ਹੋਣਾ ਹੈਗਾ, ਜਾ ਕੇ ਤੈਨੂੰ ਸਜ਼ਾਵਾਂ ਮਿਲਣਗੀਆਂ। ਉਹ ਵੀ ਇੱਕ ਡਰ ਹੈ, ਪਰ ਉਹ ਵੀ ਕਰਮਾਂ ਵਾਲਾ ਸਮਝੋ, ਜਿਹਦੇ ਅੰਦਰ ਦੀਨੀ ਡਰ ਜਾਂ ਧਰਮ ਦਾ ਡਰ ਪੈਦਾ ਹੋ ਗਿਆ। ਦੁਨਿਆਵੀ ਡਰ ਜਿਹੜਾ ਹੈ ਉਹ ਮੈਲਾ ਹੈ, ਪਰ ਕਿਤੇ ਨਾ ਕਿਤੇ ਧਾਰਮਿਕ ਜਿਹੜਾ ਡਰ ਹੈ ਉਹ ਇਨਸਾਨ ਦਾ ਭਲਾ ਕਰ ਦਿੰਦਾ ਹੈ। ਇਨਸਾਨ ਅੱਗੇ ਬਾਰੇ ਸੋਚ ਕੇ ਫਿਰ ਧਰਮ ਕਮਾਉਣਾ ਸ਼ੁਰੂ ਕਰ ਦਿੰਦਾ ਹੈ, ਨਾਮ ਦੀ ਕਮਾਈ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਇਹਦੇ ਵਿੱਚ ਜਮਾਂ ਦਾ ਡਰ ਮਹਾਰਾਜ ਨੇ ਵੀ ਬਾਣੀ 'ਚ ਦਿੱਤਾ ਹੈ। ਹੁਣ ਕਈ ਪ੍ਰਚਾਰਕ ਬਹੁਤੇ ਇਹ ਗੱਲ ਕਹਿ ਦਿੰਦੇ ਨੇ ਵੀ ਸਿਰਫ ਇਹ ਤਾਂ ਮਹਾਰਾਜ ਨੇ ਡਰਾਉਣ ਵਾਸਤੇ ਆਖਿਆ। ਮਾਫ ਕਰਨਾ, ਇਹ ਡਰਾਉਣ ਲਈ ਨਹੀਂ, ਇਹ ਸੱਚਾਈ ਹੈ ਵੀ ਤੇਰੀ ਆਤਮਾ ਸੁਚੇਤ ਹੋਵੇ, ਤੇਰਾ ਮਨ ਸੁਚੇਤ ਹੋਵੇ ਵੀ ਅੱਗੇ ਜਾਣਾ ਜਿੱਥੇ ਹੈ ਉੱਥੇ ਇਹ ਚੀਜ਼ਾਂ ਨਿਭਣੀਆਂ ਨਹੀਂ, ਉੱਥੇ ਦੁਨੀਆ ਹੋਰ ਹੈ। ਤੇ ਇਸ ਕਰਕੇ ਨਰਕਾਂ ਦਾ ਡਰ ਨਹੀਂ, ਨਰਕਾਂ ਬਾਰੇ ਸੱਚਾਈ ਦੱਸੀ ਹੈ, ਜਮਾਂ ਬਾਰੇ ਸੱਚਾਈ ਦੱਸੀ ਹੈ ਕਿ ਭਾਈ ਤੇਰੇ ਅੰਦਰ ਪਰਮਾਤਮਾ ਦਾ ਡਰ ਪੈਦਾ ਹੋ ਜਾਵੇ, ਵੀ ਤੂੰ ਧਰਮ ਨੂੰ ਕਮਾਉਂਦਾ ਡਰ ਵਿੱਚ ਰਹਿ ਕੇ ਕਮਾ। ਪਰਮਾਤਮਾ ਤੋਂ ਡਰ ਵੀ ਤੈਨੂੰ ਉਹ ਵੇਖ ਰਿਹਾ ਹੈ, ਤੇਰੀ ਉਮਰ ਲੰਘ ਰਹੀ ਹੈ, ਤੇਰਾ ਸਮਾਂ ਖਤਮ ਹੋ ਰਿਹਾ ਹੈ, ਸਭ ਕੁਝ ਨਾਸਵੰਤ ਹੈ। ਇਹ ਇੱਕ ਡਰ ਦੀ ਨਿਆਈ ਹੈ, ਗੁਰੂ ਦਾ ਉਪਦੇਸ਼ ਹੈ ਸਾਡਾ ਭਲਾ ਕਰਨ ਵਾਸਤੇ। ਕਿਉਂਕਿ ਜਿਹੜਾ ਬੰਦਾ ਬੇਪਰਵਾਹ ਹੈ ਉਹ ਸੁਚੇਤ ਨਹੀਂ ਹੋ ਸਕਦਾ। ਸੁਚੇਤ ਇਨਸਾਨ ਨੂੰ ਜਿੱਥੋਂ ਤੱਕ ਕੋਈ ਘਟਨਾ ਵਾਪਰੀ ਜ਼ਿੰਦਗੀ ਦੇ ਵਿੱਚ, ਉਹ ਸੁਚੇਤ ਹੋ ਕੇ ਨਾਮ ਜਪੇ ਤਾਂ ਛੇਤੀ ਮਨ ਟਿਕਦਾ ਹੈ। ਰੋਡ ਦੇ ਉੱਤੇ ਗੱਡੀ ਚਲਾ ਰਹੇ ਹਾਂ, ਜਿੰਨੀ ਦੇਰ ਤੱਕ ਜੇ ਪੁਲਿਸ ਦਾ ਨਾਕਾ ਸਾਹਮਣੇ ਨਹੀਂ ਵੇਖਿਆ, ਬੰਦਾ ਸੁਚੇਤ ਹੋ ਕੇ ਗੱਡੀ ਨਹੀਂ ਚਲਾਉਂਦਾ। ਭਾਵੇਂ ਉਹਨੇ ਪੜ੍ਹ ਲਿਆ ਹੈ ਕਿ ਇਸ ਗੱਡੀ ਦੀ ਸਪੀਡ ਇੰਨੀ ਲਿਖੀ ਹੈ ਉੱਪਰ, ਪਰ ਫਿਰ ਵੀ ਅਸੀਂ ਸਪੀਡ 100 ਦੀ ਹੈ ਤੇ ਅਸੀਂ 150 ਦੀ ਕਰ ਲੈਂਦੇ ਹਾਂ, 120 ਦੀ ਕਰ ਲੈਂਦੇ ਨੇ। ਅਤੇ ਜਦੋਂ ਹੀ ਵੇਖਿਆ ਵੀ ਕੈਮਰਾ ਲੱਗਾ ਹੈ, ਬਾਹਰ ਦੇ ਦੇਸ਼ਾਂ ਦੇ ਵਿੱਚ ਕੈਮਰੇ ਲੱਗੇ ਨੇ, ਜਦੋਂ ਵੇਖਿਆ ਵੀ ਕੈਮਰਾ ਆ ਗਿਆ ਹੈ, ਚਲਾਨ ਕੱਟਿਆ ਜਾਣਾ ਹੈ, ਕੈਮਰਾ ਆਉਣ ਤੋਂ ਪਹਿਲਾਂ ਹੀ ਮਨ ਵਿੱਚ ਡਰ ਆ ਗਿਆ ਅਤੇ ਸਪੀਡ ਜਿਹੜੀ ਹੈ 100 ਦੇ ਅੰਦਰ ਅੰਦਰ ਕਰ ਲਈ। ਇੱਥੇ ਪੰਜਾਬ 'ਚ
ਜਦੋਂ ਪੁਲਿਸ ਵਾਲਾ ਵੇਖ ਲੈਣ ਉਦੋਂ ਸੁਚੇਤ ਹੋ ਜਾਂਦੇ ਨੇ ਅਤੇ ਮੋਟਰਸਾਈਕਲ ਜਾਂ ਗੱਡੀ ਬੜੇ ਧਿਆਨ ਨਾਲ ਚਲਾਉਣ ਲੱਗ ਪੈਂਦੇ ਨੇ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਆਖਿਆ ਹੈ, ਭਾਈ ਧਰਮ ਕਮਾ ਬਾਣੀ ਪੜ੍ਹ, ਪਰ ਸੁਚੇਤ ਹੋ ਕੇ ਪੜ੍ਹ ਵੀ ਮੌਤ ਕਿਸੇ ਵੇਲੇ ਵੀ ਆ ਸਕਦੀ ਹੈ, ਜਮ ਕਿਸੇ ਵੇਲੇ ਵੀ ਆ ਸਕਦੇ ਨੇ। ਉਹ ਤਾਂ ਤੇਰੇ ਸਿਰ ਉੱਤੇ ਖਲੋਤੇ ਨੇ। ਆਉਣਾ ਕੀ ਹੈ, ਸਿਰਫ ਹੁਕਮ ਹੋਣਾ ਹੈ ਅਤੇ ਸਿਰ ਵਿੱਚ ਕੁੰਡਾ ਮਾਰਨਾ ਹੈ ਤੇਰੇ, ਤੇ ਤੈਨੂੰ ਖਿੱਚ ਕੇ ਨਾਲ ਲੈ ਜਾਣਾ ਉਹਨਾਂ ਨੇ। ਰੋਜ਼ ਪੜ੍ਹਦੇ ਹੀ ਹਾਂ ਬਾਣੀ 'ਚ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾੜ ਚੱਲਹੁ ਹਰ ਲਾਹਾ, ਆਗੇ ਬਸਨ ਸੁਹੇਲਾ। ਅਗਲੇ ਜਿਹੜੇ ਬਚਨ ਨੇ ਇਹ ਸਾਨੂੰ ਸੁਚੇਤ ਕਰਨ ਵਾਸਤੇ ਨੇ। ਔਧ ਘਟੈ ਦਿਨ ਸਰੈਣ ਆਰੇ, ਮਨ ਗੁਰ ਮਿਲ ਕਾਜ ਸਵਾਰੇ। ਤੇਰੀ ਔਧ ਜਿਹੜੀ ਹੈ, ਉਮਰ ਜਿਹੜੀ ਹੈ, ਇਹ ਦਿਨੋਂ ਦਿਨ ਘਟ ਰਹੀ ਏ ਅਤੇ ਤੂੰ ਗੁਰੂ ਨੂੰ ਮਿਲ ਕੇ ਅਤੇ ਆਪਣੇ ਕੰਮ ਸਵਾਰ ਜਿਹੜੇ ਤੇਰੇ ਨਾਲ ਨਿਭਣੇ ਨੇ। ਕਿਤੇ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਬੀਤ ਜੈ ਹੈ ਜਨਮ ਅਕਾਜ ਰੇ, ਦਿਸ ਦਿਨ ਸੁਣ ਕੈ ਪ੍ਰਾਣ ਸਮਝਤ ਨਹਿ ਰੇ ਅਜਾਨ, ਕਾਲ ਤੋਂ ਪਹੁੰਚਿਓ ਆਨ ਕਹਾਂ ਜਾਹੈ ਭਾਜ ਰੇ। ਤੂੰ ਨਾ ਸੁਚੇਤ ਹੋ ਪਰ ਜਮ ਸੁਚੇਤ ਨੇ। ਉਹ ਤਾਂ ਫਿਰ ਦੇਖ ਹੀ ਰਹੇ ਨਾ ਤੈਨੂੰ। ਜੇ ਤੂੰ ਨਹੀਂ ਦੇਖ ਰਿਹਾ ਤੇ ਤੇਰਾ ਜਨਮ ਬੀਤਦਾ ਜਾ ਰਿਹਾ ਹੈ। ਹਰ ਵੇਲੇ ਇੱਕ ਸੈਕਿੰਡ ਬੀਤਦਾ ਜਾ ਰਿਹਾ ਹੈ। ਕੁਝ ਹੋਸ਼ ਕਰ, ਕੁਝ ਸਮਝ, ਕੁਝ ਸੁਚੇਤ ਹੋ, ਕੋਈ ਡਰ ਵੀ ਤੇਰੀ ਉਮਰ ਘਟ ਰਹੀ ਹੈ ਅਤੇ ਕਾਲ ਜਿਹੜਾ ਹੈ ਪਹੁੰਚ ਰਿਹਾ ਤੇਰੇ ਵੱਲ, ਭੱਜਾ ਆ ਰਿਹਾ ਹੈ। ਸ਼ਲੋਕ ਮਹੱਲਾ ਨਾਵਾਂ ਬਾਣੀ ਭੋਗ ਦੇ ਸ਼ਲੋਕ ਜਿਨ੍ਹਾਂ ਨੂੰ ਆਉਂਦੇ ਨੇ, ਮਹਾਰਾਜ ਨੇ ਬਹੁਤ ਸੁਚੇਤ ਕੀਤਾ ਉਸ ਬਾਣੀ ਦੇ ਵਿੱਚ। ਕਿਤੇ ਆਖਿਆ ਹੈ, ਜੈਸੇ ਜਲ ਤੇ ਬੁੱਧ ਬੁੱਧਾ, ਉਪਜੈ ਬਿਨ ਸੈ ਨੀਤ। ਭਾਈ ਜਿਸ ਤਰ੍ਹਾਂ ਜਲ ਦੇ ਉੱਤੇ, ਪਾਣੀ ਉੱਤੇ ਬੁਲਬੁਲਾ ਪੈਦਾ ਹੁੰਦਾ ਹੈ, ਪੈਦਾ ਹੋ ਕੇ ਨਾਲ ਹੀ ਮਿਟ ਜਾਂਦਾ ਹੈ, ਇਸੇ ਤਰ੍ਹਾਂ ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਤੇਰੀ ਜਿਹੜੀ ਰਚਨਾ ਹੈ, ਸੰਸਾਰ ਦੀ ਰਚਨਾ ਹੈ, ਇਹ ਬੁਲਬੁਲੇ ਦੇ ਵਾਂਗ ਹੈ। ਕੋਈ ਗਰੰਟੀ ਨਹੀਂ ਕਿੰਨਾ ਚਿਰ ਨਿਭਣਾ ਹੈ। ਬਾਬਾ ਫਰੀਦ ਸਾਹਿਬ ਨੇ ਵੀ ਸੁਚੇਤ ਕੀਤਾ ਹੈ ਇਨਸਾਨ ਨੂੰ। ਦੇਖ ਫਰੀਦਾ ਜੋਥੀਆ, ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਅੱਗਾ ਜਿਹੜਾ ਹੈ ਨੇੜਾ ਆ ਗਿਆ, ਦਾੜੀ ਭੂਰ ਦਾ ਭਾਵ ਚਿੱਟੀ ਹੋ ਗਈ ਹੈ, ਕੇਸ ਚਿੱਟੇ ਹੋ ਗਏ ਨੇ, ਅਤੇ ਹੁਣ ਜਿਹੜੀ ਹੈ ਤਿਆਰੀ ਕਰ ਲਓ। ਇਹ ਹੈ ਇੱਕ ਡਰ ਦਿੱਤਾ ਹੈ ਵੀ ਭਾਈ ਸੁਚੇਤ ਹੋਵੋ, ਅਤੇ ਨਾਲ ਹੀ ਇਹ ਵੀ ਦੱਸਿਆ ਵੀ ਜਿੱਥੇ ਉਮਰ ਘਟ ਰਹੀ ਹੈ, ਜਦੋਂ ਉਮਰ ਖਤਮ ਹੋ ਗਈ, ਜੇ ਕਮਾਈ ਨਾ ਕੀਤੀ, ਬਾਣੀ ਨਾ ਪੜ੍ਹੀ, ਅਤੇ ਫਿਰ ਅੱਗੇ ਜਾ ਕੇ ਜਿਹੜੀਆਂ ਸਜ਼ਾਵਾਂ ਮਿਲਣੀਆਂ ਨੇ ਉਹਦੇ ਵਾਸਤੇ ਤਿਆਰ ਹੋ ਜਾ। ਅਤੇ ਕਿਤੇ ਆਖਿਆ, ਪਾਪ ਕਮਾਉਣ ਲੱਗਿਆ ਥੋੜ੍ਹਾ ਜਿਹਾ ਤੇ ਹੋਸ਼ ਕਰ। ਪਾਪ ਕਮਾਵਦਿਆ ਤੇਰਾ ਕੋਏ ਨਾ ਬੇਲੀ ਰਾਮ। ਕੋਈ ਵੀ ਤੇਰਾ ਬੇਲੀ ਨਹੀਂ ਜਿਹਦੇ ਨਾਲ ਤੂੰ ਰਲ ਕੇ ਪਾਪ ਕਰਦਾ ਹੈ, ਜਿਨ੍ਹਾਂ ਦੀ ਖਾਤਰ ਕਰਦਾ ਹੈ, ਇਹ ਤੇਰੇ ਨਾਲ ਨਹੀਂ ਨਿਭਣੇ। ਅਖੀਰ ਨੂੰ ਤੈਨੂੰ ਇਕੱਲਿਆਂ ਨੂੰ ਹੀ ਉੱਥੇ ਨਿਭਣਾ ਪਵੇਗਾ, ਇਕੱਲਿਆਂ ਦੇ ਉੱਤੇ ਹੀ ਸਾਰੀ ਵਿਪਤਾ ਪੈਣੀ ਹੈ। ਇੱਕ ਵਾਰੀ ਬਾਬਾ ਫਰੀਦ ਸਾਹਿਬ ਜੀ ਕਿਸੇ ਰਾਜ ਦਰਬਾਰ ਵਿੱਚ ਗਏ। ਪਹਿਲਾਂ ਰਾਜ ਦਰਬਾਰ ਹੋਇਆ ਕਰਦੇ ਸਨ ਰਾਜਿਆਂ ਦੇ, ਅਤੇ ਉੱਥੇ ਇੱਕ ਘੜਿਆਲ ਲੱਗਾ ਹੋਣਾ ਉੱਚੀ ਸਾਰੀ, ਜਿਵੇਂ ਘੰਟੀ ਵੱਜਦੀ ਸਕੂਲਾਂ ਦੇ ਵਿੱਚ ਚੌਂਕੀਦਾਰ ਰੱਖੇ ਹੁੰਦੇ ਨੇ ਪੀਅਨ। ਹੁਣ ਤਾਂ ਸਿਸਟਮ ਬਦਲ ਗਿਆ ਹੈ। ਜਦੋਂ ਦਾਸ ਨੇ ਪੜ੍ਹਿਆ ਹੈ ਸਕੂਲ ਦੇ ਵਿੱਚ, ਲੋਹੇ ਦੀ ਘੰਟੀ ਨੂੰ ਲਮਕਾਇਆ ਹੋਣਾ ਕਿਸੇ ਦਰਖਤ ਦੇ ਨਾਲ, ਅਤੇ ਉੱਥੇ ਜਿਹੜਾ ਪੀਅਨ ਚੌਂਕੀਦਾਰ, ਉਹਦੀ ਡਿਊਟੀ ਹੁੰਦੀ ਸੀ ਵੀ ਜਦੋਂ ਪੀਰੀਅਡ ਬਦਲਣਾ ਹੈ, 1 ਘੰਟੇ ਬਾਅਦ ਕਲਾਸ ਤੋਂ ਦੂਜੀ ਕਲਾਸ ਸ਼ੁਰੂ ਹੋਣੀ ਹੈ, ਅਤੇ ਇਹ ਜਦੋਂ ਬੈਲ ਵੱਜੇਗੀ, ਜ਼ੋਰ ਦੇ ਨਾਲ ਉੱਤੇ ਥੋੜੀ ਮਾਰਨੀ ਉਹਨੇ, ਅਤੇ ਪਤਾ ਲੱਗ ਜਾਇਆ ਕਰਨਾ ਵੀ ਇਹ ਪੀਰੀਅਡ ਖ਼ਤਮ ਹੋ ਗਿਆ ਅਤੇ ਅਗਲੀ ਕਲਾਸ ਜਿਹੜੀ ਹੈ ਇਹ ਸ਼ੁਰੂ ਹੋ ਗਈ ਹੈ। ਇਸੇ ਤਰ੍ਹਾਂ ਉਹ ਪਹਿਰਾਂ ਦੇ ਹਿਸਾਬ ਦੇ ਨਾਲ ਉਹ ਰਾਜ ਦਰਬਾਰ ਦੇ ਵਿੱਚ ਉਹ ਬੈਲ ਟੰਗੀ ਹੋਣੀ ਉੱਥੇ ਘੜਿਆਲ, ਅਤੇ ਇੱਕ ਪਹਿਰ ਜਦੋਂ ਬਦਲ ਜਾਣਾ ਅਤੇ ਆਵਾਜ਼ ਦੇਣੀ ਉਹਦੇ ਉੱਤੇ ਜ਼ੋਰ ਦੇ ਨਾਲ, ਅਤੇ ਜ਼ੋਰ ਦੀ ਖੜਾਕ ਹੋਣਾ, ਅਤੇ ਪਤਾ ਲੱਗ ਜਾਣਾ ਜੀ ਅਗਲਾ ਪੈਰ ਖ਼ਤਮ ਹੋ ਗਿਆ ਹੈ। ਇੱਕ ਪੈਰ ਖ਼ਤਮ ਹੋ ਗਿਆ ਹੈ ਅਤੇ ਅਗਲਾ ਪੈਰ ਸ਼ੁਰੂ ਹੋ ਗਿਆ। ਬਾਬਾ ਫਰੀਦ ਸਾਹਿਬ ਨੇ ਵੇਖਿਆ ਵੀ ਬੜੀ ਜ਼ੋਰ ਦੀ ਉੱਪਰ ਮਾਰਿਆ ਹੈ ਅਤੇ ਆਵਾਜ਼ ਬੜੀ ਆਈ ਹੈ। ਫਰੀਦਾ ਦੜ ਦਰਵਾਜੈ ਜਾਏ ਕੈ, ਕਿਉ ਡਿੱਠੋ ਘੜੀਆਲ, ਇਹੋ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲ।
ਕਹਿਣ ਲੱਗੇ, ਬੇਕਸੂਰ ਹੈ ਇਹ ਘੜਿਆਲ, ਜਿਹਦੇ ਉੱਤੇ ਜ਼ੋਰ ਦੇ ਨਾਲ ਥੋੜਾ ਮਾਰਿਆ, ਕਿੰਨੀ ਆਵਾਜ਼ ਕਰਦਾ ਏ। ਇਹਨੇ ਤਾਂ ਕੋਈ ਗੁਨਾਹ ਨਹੀਂ ਕੀਤਾ, ਇਹਨੇ ਤਾਂ ਕੋਈ ਗਲਤੀ ਨਹੀਂ ਕੀਤੀ, ਜਿਹਦੇ ਕਰਕੇ ਇਹਨੂੰ ਮਾਰ ਪੈ ਰਹੀ ਏ। ਕਹਿਣ ਲੱਗੇ, ਹੇ ਇਨਸਾਨ, ਤੂੰ ਕਿੰਨੀਆਂ ਗਲਤੀਆਂ ਕਰਦਾ ਏ, ਜੇ ਇਸ ਗਲਤੀ ਨਾ ਕਰਨ ਵਾਲੇ ਦੀ ਇੰਨੀ ਜ਼ੋਰ ਦੀ ਸੱਟ ਪੈਂਦੀ ਏ, ਆਵਾਜ਼ ਦਿੰਦਾ ਏ, ਤੇ ਹਮ ਦੋਸਾਂ ਦਾ ਕਾ ਹਾਲ। ਜਿਹੜੀਆਂ ਅਸੀਂ ਗਲਤੀਆਂ ਕਰਦੇ ਹਾਂ, ਦੋਸ਼ੀ ਹਾਂ, ਸਾਡਾ ਹਾਲ ਕੀ ਹੋਵੇਗਾ ਦਰਗਾਹ ਦੇ ਵਿੱਚ ਜਾ ਕੇ। ਇਹ ਇੱਕ ਸਮਝਾਇਆ ਹੈ ਕਿ ਭਾਈ ਸੁਚੇਤ ਹੋ, ਕੰਮ ਚੰਗੇ ਕਰੋ, ਗਲਤੀਆਂ ਨਾ ਕਰੋ, ਪਾਪ ਨਾ ਕਰੋ, ਤੇ ਭਉ ਦੇ ਵਿੱਚ ਰਹਿ ਕੇ ਪ੍ਰਮਾਤਮਾ ਦਾ ਨਾਮ ਜਪੋ। ਹੋਰ ਵੀ ਬੜੇ ਪ੍ਰਮਾਣ ਹਨ ਬਾਣੀ ਦੇ ਵਿੱਚ। ਕਿਤੇ ਕਬੀਰ ਸਾਹਿਬ ਜੀ ਨੇ ਆਖਿਆ ਹੈ, ਜੋ ਜਮ ਆਏ ਕੇਸ ਗਹਿ ਪਟਕੈ, ਤਾ ਦਿਨ ਕਿਛ ਨਾ ਬਸਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤਉ ਮੁਖ ਚੋਟਾ ਖਾਹੇਗਾ। ਧਰਮ ਰਾਏ ਜਬ ਲੇਖਾ ਮੰਗੈ, ਕਿਆ ਮੁਖ ਲੈ ਕੇ ਜਾਹੇਗਾ। ਹੁਣ ਤੂੰ ਪਰਵਾਹ ਨਹੀਂ ਕਰਦਾ, ਪਰ ਜਦੋਂ ਧਰਮ ਰਾਏ ਨੇ ਲੇਖਾ ਮੰਗਿਆ ਫਿਰ ਕੀ ਕਰੇਗਾ? ਕੌਣ ਛਡਾਵੇਗਾ ਤੈਨੂੰ? ਇਸ ਕਰਕੇ ਜਮ ਤਾਂ ਤਿਆਰ ਬੈਠੇ ਨੇ, ਜੇ ਤੂੰ ਤਿਆਰ ਨਹੀਂ ਤਾਂ। ਪਰ ਇਹ ਵੀ ਇੱਕ ਡਰ ਹੈ, ਪਰ ਇਹ ਡਰ ਜੇ ਕਿਤੇ ਪੈਦਾ ਹੋ ਜਾਵੇ ਤਾਂ ਭਲਾ ਕਰ ਦਿੰਦਾ ਹੈ, ਮੈਂ ਪਹਿਲਾਂ ਬੇਨਤੀ ਕੀਤੀ ਹੈ। ਪਰ ਇਹ ਡਰ ਜਿਹੜਾ ਮੌਤ ਵਾਲਾ ਹੈ, ਚੰਗਾ ਹੈ, ਇਹਦੇ ਨਾਲ ਰੱਬ ਯਾਦ ਆਉਂਦਾ ਹੈ। ਫਿਰ ਇਨਸਾਨ ਗਲਤੀਆਂ ਘੱਟ ਕਰਦਾ ਹੈ, ਬੜੇ ਚਾਂਸ ਘੱਟ ਹੁੰਦੇ ਨੇ ਵੀ ਬੰਦਾ ਕਿਸੇ ਤੋਂ ਖੋਹ ਕੇ ਖਾਵੇ, ਕਿਸੇ ਨਾਲ ਬੇਈਮਾਨੀ ਕਰੇ, ਕਿਉਂਕਿ ਮੌਤ ਯਾਦ ਹੈ, ਸਜ਼ਾਵਾਂ ਯਾਦ ਨੇ, ਇਹਦਾ ਨਤੀਜਾ ਕੀ ਨਿਕਲੇਗਾ ਇਹ ਵੀ ਯਾਦ ਹੈ। ਅਤੇ ਬਹੁਤੇ ਜਿਹੜੇ ਧਰਮੀ ਨੇ, ਇਸੇ ਕਰਕੇ ਧਰਮੀ ਨੇ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਕਿਤੇ ਸਜ਼ਾ ਮਿਲੇਗੀ, ਜਾ ਕੇ ਇਹ ਕੀਤੀ ਦਾ ਫਲ ਭੁਗਤਣਾ ਪਵੇਗਾ। ਕੋਈ ਮਹਾਤਮਾ ਸਨ ਅਤੇ ਉਹਨਾਂ ਦੇ ਚੇਲੇ ਨੇ ਅਕਸਰ ਹੀ ਉਹਨਾਂ ਵੱਲ ਵੇਖਦੇ ਰਿਹਾ ਕਰਨਾ, ਕਈ ਘੰਟੇ ਵੇਖਿਆ ਕਰਨਾ ਸਮਾਧੀ ਦੇ ਵਿੱਚ ਬੈਠਿਆਂ ਨੂੰ। ਇੱਕ ਵਾਰੀ ਹਿੰਮਤ ਕਰਕੇ ਅਤੇ ਮਹਾਂਪੁਰਖਾਂ ਨੂੰ ਉਹਨੇ ਬੇਨਤੀ ਕੀਤੀ, ਮਹਾਂਪੁਰਖੋ, ਮੇਰੇ ਮਨ ਦੇ ਵਿੱਚ ਇੱਕ ਸਵਾਲ ਆਇਆ ਹੈ, ਮੈਂ ਪੁੱਛ ਸਕਦਾ ਤੁਹਾਨੂੰ? ਅਤੇ ਮਹਾਤਮਾ ਜੀ ਕਹਿਣ ਲੱਗੇ, ਹਾਂ, ਜਿਹੜਾ ਮਨ 'ਚ ਸਵਾਲ ਆਵੇ ਉਹਨੂੰ ਖ਼ਤਮ ਕਰ ਲੈਣਾ ਚਾਹੀਦਾ ਹੈ, ਉਹਦੀ ਨਿਵਰਤੀ ਕਰ ਲੈਣੀ ਚਾਹੀਦੀ ਹੈ। ਜੇ ਸ਼ੰਕਾ ਮਨ ਵਿੱਚ ਰਹਿ ਜਾਵੇ ਤਾਂ ਫਿਰ ਗੁਰੂ ਅਤੇ ਮੁਰਸ਼ਦ ਦੀ ਨਿਭਦੀ ਨਹੀਂ। ਦੱਸ ਕੀ ਸਵਾਲ ਏ? ਸਵਾਲ ਤਾਂ ਨਹੀਂ ਜੀ ਕੋਈ ਵੀ, ਪਰ ਮਨ ਦੇ ਵਿੱਚ ਇੱਕ ਖਿਆਲ ਪੈਦਾ ਹੋਇਆ ਹੈ ਤੁਹਾਡੇ ਬਾਰੇ। ਮੈਂ ਬੜੇ ਚਿਰ ਤੋਂ ਤੁਹਾਡੀ ਸੇਵਾ ਕਰਦਾ, ਤੁਹਾਡੇ ਨਾਲ ਰਹਿੰਦਾ, ਮੈਂ ਇਸ ਚੀਜ਼ ਨੂੰ ਖੁਸ਼ੀ ਮਹਿਸੂਸ ਕਰਦਾ ਵੀ ਮੈਂ ਤੁਹਾਡੀ ਸੰਗਤ ਕਰਦਾ, ਪਰ ਕਿਤੇ ਨਾ ਕਿਤੇ ਮੈਨੂੰ ਇਹ ਵੀ ਸ਼ੱਕ ਪੈਂਦਾ ਹੈ ਵੀ ਕਿਵੇਂ ਇਸ ਕਲਯੁੱਗ ਦੇ ਵਿੱਚ ਇੰਨੇ ਗੁਨਾਹ ਕਰਨ ਵਾਲਾ ਇਨਸਾਨ, ਇੰਨੀ ਭਿਆਨਕ ਅੱਗ ਵਰਸ ਰਹੀ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਸ਼ੇ ਵਿਕਾਰਾਂ ਦੀ, ਬੇਈਮਾਨੀਆਂ ਕਰ ਰਹੇ ਨੇ ਲੋਕ ਕਲਯੁੱਗ ਦੇ ਵਿੱਚ, ਅਤੇ ਤੁਸੀਂ ਐਡੇ ਮਹਾਤਮਾ ਹੋ। ਮੈਂ ਹੈਰਾਨ ਹੁੰਦਾ ਵੀ ਤੁਸੀਂ ਕਿਵੇਂ ਬਚ ਗਏ ਇਸ ਚੀਜ਼ ਤੋਂ। ਕੀ ਇਹ ਵਾਕਿਆ ਹੀ ਰੂਹਾਨੀਅਤ ਅਸਲੀ ਹੈ ਕਿ ਜਾਂ ਤੁਸੀਂ ਸਭ ਕੁਝ ਲੁਕਾ ਲੈਂਦੇ ਹੋ? ਮੈਨੂੰ ਤਾਂ ਲੱਗਦਾ ਤੁਸੀਂ ਬਹੁਤ ਚਲਾਕ ਜੇ, ਕਿਉਂਕਿ ਅਸੀਂ ਆਮ ਇਨਸਾਨ ਜਿਹੜੇ ਹਾਂ ਗਲਤੀਆਂ ਕਰਦੇ ਹਾਂ, ਅਸੀਂ ਪ੍ਰਗਟ ਹੋ ਜਾਂਦੇ ਹਾਂ ਗਲਤੀਆਂ ਕਰਕੇ, ਸਾਡੀਆਂ ਗਲਤੀਆਂ ਦਿਖ ਜਾਂਦੀਆਂ ਨੇ। ਪਰ ਮੇਰੇ ਮਨ 'ਚ ਇਹ ਖਿਆਲ ਆਇਆ ਹੈ ਕਿ ਕਿਤੇ ਤੁਸੀਂ ਚਲਾਕ ਤਾਂ ਨਹੀਂ, ਆਪਣੀਆਂ ਗਲਤੀਆਂ ਨੂੰ ਦਬਾ ਲੈਂਦੇ ਹੋਵੋ, ਲੁਕਾ ਲੈਂਦੇ ਹੋਵੋ। ਮੈਨੂੰ ਇਹਦੇ ਬਾਰੇ ਥੋੜ੍ਹਾ ਜਿਹਾ ਸ਼ੱਕ ਪੈਂਦਾ। ਉਹ ਮਹਾਤਮਾ ਪੂਰੇ ਸਨ, ਕਹਿਣ ਲੱਗੇ, ਹੁਣ ਤੂੰ ਸਾਡੀ ਸੇਵਾ ਤਾਂ ਬੜੀ ਕੀਤੀ ਏ, ਪਰ ਜੇ ਤੇਰੇ ਮਨ 'ਚੋਂ ਇਹ ਸ਼ੰਕਾ ਨਾ ਖਤਮ ਹੋਇਆ ਅਤੇ ਤੇਰਾ ਸਾਡੇ ਉੱਤੇ ਭਰੋਸਾ ਨਹੀਂ ਬੱਝਣਾ, ਅਤੇ ਤੂੰ ਕੁਝ ਲੈ ਵੀ ਨਹੀਂ ਸਕਣਾ ਸਾਡੇ ਕੋਲੋਂ। ਕਹਿਣ ਲੱਗੇ, ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਤੇਰੇ ਭਲੇ ਵਾਸਤੇ ਮੈਂ ਤੈਨੂੰ ਦੱਸਣਾ ਚਾਹੁੰਦਾ ਵੀ ਅੱਜ ਤੋਂ 2 ਦਿਨ ਬਾਅਦ ਤੇਰੀ ਮੌਤ ਹੋ ਜਾਣੀ ਹੈ, ਤੂੰ ਸਰੀਰ ਛੱਡ ਜਾਣਾ ਹੈ, ਦੁਨੀਆ ਨੂੰ ਛੱਡ ਜਾਣਾ ਹੈ, ਅਤੇ ਇਹ 2 ਦਿਨਾਂ ਦੇ ਵਿੱਚ ਜੇ ਤੂੰ ਕੁਝ ਬੰਦਗੀ ਕਰ ਸਕਦਾ ਤਾਂ ਰੱਜ ਕੇ ਕਰ ਲਾ, ਕਿਉਂਕਿ ਤੂੰ ਸਾਡੀ ਸੇਵਾ ਕੀਤੀ ਏ, ਇਸ ਕਰਕੇ ਤੈਨੂੰ ਇਹ ਜਣਾ ਦਿੱਤਾ ਏ, ਦੱਸ ਦਿੱਤਾ ਏ ਵੀ ਆਪਣੀਆਂ ਤਿਆਰੀਆਂ ਕਰ ਲੈ। ਹੁਣ ਸਵਾਲ ਦਾ ਉੱਤਰ ਲੈਣ ਦੀ ਬਜਾਏ ਜਵਾਬ ਵੀ ਲੈ ਨਾ ਸਕਿਆ, ਅਤੇ ਬਿਰਤੀ ਇੰਨੀ ਖਿੰਡ ਗਈ, ਤਰੇਲੀਆਂ ਆ ਗਈਆਂ ਅਤੇ ਮਹਾਂਪੁਰਖਾਂ ਦੇ ਪੈਰਾਂ 'ਤੇ ਮੱਥਾ ਟੇਕ ਦਿੱਤਾ। ਕਹਿਣ ਲੱਗਾ, ਮੈਨੂੰ ਰੱਖ ਲਓ, ਮੈਂ ਮਰਨਾ ਨਹੀਂ ਜੇ ਚਾਹੁੰਦਾ। ਮਹਾਂਪੁਰਖ ਕਹਿਣ ਲੱਗੇ, ਨਹੀਂ, ਹੁਣ ਇਹਨੂੰ ਕੌਣ ਟਾਲ ਸਕਦਾ ਹੈ?
ਪਰ ਜਾ ਹੁਣ ਤੂੰ ਘਰ ਨੂੰ ਜਾ ਅਤੇ ਆਪਣੇ ਘਰਦਿਆਂ ਨੂੰ ਮਿਲ ਅਤੇ ਜਿੰਨੇ ਕੰਮ ਕਰ ਰਹਿੰਦੇ ਨੇ ਮੁਕਾ ਲੈ। ਤੁਰਿਆ ਘਰ ਨੂੰ, ਘਰ ਪਹੁੰਚਿਆ ਅਤੇ ਬਿਮਾਰ ਹੋ ਗਿਆ। ਘਰਵਾਲੀ ਨੇ ਆਖਿਆ, ਪਹਿਲਾਂ ਤਾਂ ਬੜੇ ਖੁਸ਼ ਸੋ, ਕੀ ਹੋ ਗਿਆ ਤੁਹਾਨੂੰ, ਬਿਮਾਰ ਹੋ ਗਏ। ਹੁਣ ਡਰਦਾ ਕਿਸੇ ਨੂੰ ਦੱਸਦਾ ਵੀ ਨਹੀਂ, ਪਰ ਜਿਹੜੀ ਗੱਲ ਅੰਦਰ ਲੁਕੀ ਰਵੇ ਉਹ ਪਰੇਸ਼ਾਨ ਕਰਦੀ ਰਹਿੰਦੀ ਹੈ। ਘਰਵਾਲੀ ਨੂੰ ਕਹਿਣ ਲੱਗਾ, ਮਹਾਂਪੁਰਖਾਂ ਨੇ ਮੈਨੂੰ ਕਿਹਾ ਵੀ 2 ਦਿਨ ਬਾਅਦ ਤੇਰੀ ਮੌਤ ਹੋ ਜਾਣੀ ਹੈ, ਮੈਂ ਬੜਾ ਪਰੇਸ਼ਾਨ ਹਾਂ। ਘਰਵਾਲੀ ਵੀ ਚਿੰਤਾ ਕਰਨ ਲੱਗ ਪਈ, ਸਾਰੇ ਟੱਬਰ ਨੂੰ ਚਿੰਤਾ ਹੋ ਗਈ ਅਤੇ ਮੰਜੇ 'ਤੇ ਪੈ ਗਿਆ, ਬਿਮਾਰ ਹੋ ਗਿਆ। ਕਿਉਂਕਿ ਚਿੰਤਾ ਜਿਹੜੀ ਹੈ ਚਿਖਾ ਬਰਾਬਰ ਹੈ। ਚਿੰਤਾ ਤੰਦਰੁਸਤ ਬੰਦੇ ਨੂੰ ਵੀ ਬਿਮਾਰ ਕਰ ਦਿੰਦੀ ਹੈ, ਗਾਲ ਦਿੰਦੀ ਹੈ, ਨਰਕ ਦੀ ਜ਼ਿੰਦਗੀ ਬਣਾ ਦਿੰਦੀ ਹੈ ਚਿੰਤਾ ਜਿਹੜੀ ਹੈ। ਹੁਣ ਉਹਨੇ ਚਿੰਤਾ ਲਾ ਲਈ ਮਨ ਦੇ ਉੱਤੇ ਅਤੇ ਮੰਜੇ ਉੱਤੇ ਪੈ ਗਿਆ ਅਤੇ ਰੋਟੀ ਪਾਣੀ ਛੱਡ ਦਿੱਤਾ ਵੀ ਬਸ ਕੁਝ ਘੰਟੇ ਰਹਿ ਗਏ ਨੇ, ਹੁਣ ਜ਼ਿੰਦਗੀ ਦੇ ਵਿੱਚ ਇੱਥੇ ਮਹਿਮਾਨ ਹੀ ਬਣ ਕੇ ਰਹਿ ਗਏ ਹਾਂ, ਪਤਾ ਨਹੀਂ ਕਦੋਂ ਵਾਜਾ ਆ ਜਾਣਾ ਹੈ। ਅਤੇ ਉਹ ਮਹਾਂਪੁਰਖ 2 ਦਿਨ ਖਤਮ ਹੋਣ ਵਾਲੇ ਸਨ ਅਤੇ ਉਹਦੇ ਘਰ ਪਹੁੰਚੇ ਅਤੇ ਬਾਹਰ ਜਾ ਕੇ ਦਰਵਾਜ਼ੇ 'ਤੇ ਆਵਾਜ਼ ਦਿੱਤੀ। ਹੁਣ ਆਵਾਜ਼ ਵੀ ਨਹੀਂ ਦੇ ਸਕਿਆ ਜਿਹੜਾ ਭੱਜ ਕੇ ਪਹਿਲਾਂ ਅੱਗੋਂ ਲੈਣ ਆਉਂਦਾ ਸੀ। ਅਤੇ ਜਾ ਪਹੁੰਚੇ ਮਹਾਂਪੁਰਖ ਉਹਦੇ ਮੰਜੇ ਉੱਤੇ ਅਤੇ ਜਾ ਕੇ ਪੁੱਛਣ ਲੱਗੇ, ਭਾਈ ਕੀ ਹਾਲ ਹੈ? ਕਹਿਣ ਲੱਗਾ, ਹਾਲ ਕੀ ਪੁੱਛਦੇ ਹੋ, ਹਾਲ ਤਾਂ ਤੁਹਾਨੂੰ ਪਤਾ ਹੀ ਹੈ ਕੀ ਹੋ ਸਕਦੇ ਨੇ ਜਿਹੜੇ ਇਨਸਾਨ ਨੇ ਦੁਨੀਆ ਛੱਡਣੀ ਹੋਵੇ। ਕਹਿਣ ਲੱਗੇ, ਫਿਰ ਵੀ ਕੋਈ ਦੱਸ। ਕਹਿਣ ਲੱਗਾ, ਕੀ ਦੱਸਾਂ, ਬਹੁਤ ਬੁਰਾ ਹਾਲ ਹੈ, ਜੇ ਕਿਰਪਾ ਕਰ ਸਕਦੇ ਹੋ ਤਾਂ ਮੈਨੂੰ ਰੱਖ ਲਓ। ਅਤੇ ਮਹਾਂਪੁਰਖ ਆਖਿਆ, ਨਹੀਂ ਹੁਣ ਇਹਨੂੰ ਨਹੀਂ ਕੋਈ ਟਾਲ ਸਕਦਾ। ਅਤੇ ਕਹਿਣ ਲੱਗੇ, ਮੈਨੂੰ ਇਸ ਗੱਲ ਦਾ ਜਵਾਬ ਦੇ ਵੀ ਇਹਨਾਂ 2 ਦਿਨਾਂ ਦੇ ਵਿੱਚ ਤੂੰ ਕੋਈ ਗਲਤੀ ਤਾਂ ਨਹੀਂ ਕੀਤੀ, ਕਿਤੇ ਬੇਈਮਾਨ ਤਾਂ ਨਹੀਂ ਹੋ ਗਿਆ, ਕਿਤੇ 2 ਦਿਨਾਂ 'ਚ ਬੇਈਮਾਨੀ ਕੀਤੀ ਹੋਵੇ, ਕਿਸੇ ਦਾ ਦਿਲ ਦਿਖਾਇਆ ਹੋਵੇ, ਕਿਸੇ ਨਾਲ ਚੋਰੀ ਜਾਰੀ ਕੀਤੀ ਹੋਵੇ। ਰੋਂਦਿਆਂ ਹੋਇਆਂ ਆਖਿਆ, ਮਹਾਂਪੁਰਖੋ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਇਹਨਾਂ 2 ਦਿਨਾਂ ਦੇ ਵਿੱਚ ਰੱਬ ਹੀ ਰੱਬ ਯਾਦ ਏ, ਮੌਤ ਹੀ ਮੌਤ ਯਾਦ ਏ। ਗਲਤੀ ਤਾਂ ਕੀ ਕਰਨੀ ਸੀ, ਜਿਹੜੀਆਂ ਗਲਤੀਆਂ ਕੀਤੀਆਂ ਨੇ ਸਾਰੀ ਉਮਰ ਦੇ ਵਿੱਚ, ਉਹਨਾਂ ਸਾਰੀਆਂ ਗਲਤੀਆਂ ਦੀ ਮਾਫੀ ਮੰਗ ਲਈਏ। ਜਿਹੜੇ ਇਨਸਾਨ ਦਾ ਦਿਲ ਦੁਖਾਇਆ ਸੀ, ਘਰ ਜਾ ਜਾ ਕੇ ਉਹਨਾਂ ਦੇ ਮਾਫੀਆਂ ਮੰਗ ਲਈਆਂ ਨੇ। ਜਿਹੜਾ ਹਿਸਾਬ ਕਿਤਾਬ ਦੇਣ ਵਾਲਾ ਸੀ, ਉਹ ਹਿਸਾਬ ਕਿਤਾਬ ਵੀ ਪੂਰਾ ਕਰ ਲਿਆ ਏ। ਬਸ ਹੁਣ ਤਾਂ ਤਿਆਰੀ ਏ। ਅਤੇ ਉਹ ਮਹਾਂਪੁਰਖ ਬੜੇ ਖੁਸ਼ ਹੋਏ। ਮੇਰਾ ਹਾਲ ਵੇਖਦੇ ਹੋ ਅਤੇ ਤੁਸੀਂ ਹੱਸਦੇ ਹੋ। ਅਤੇ ਉਹ ਕਹਿਣ ਲੱਗੇ, ਤੈਨੂੰ ਅਸੀਂ ਝੂਠ ਬੋਲਿਆ ਸੀ, ਤੂੰ ਸੱਜਣਾ ਸਾਨੂੰ ਸਵਾਲ ਕੀਤਾ ਸੀ ਵੀ ਅਸੀਂ ਗਲਤੀ ਕਿਉਂ ਨਹੀਂ ਕਰਦੇ, ਸਾਡਾ ਮਨ ਡੋਲਦਾ ਕਿਉਂ ਨਹੀਂ, ਸਾਡੇ ਚਿਹਰੇ ਉੱਤੇ ਰੂਹਾਨੀਅਤ ਕਿਉਂ ਰਹਿੰਦੀ ਏ। ਇਹ ਤੇਰੇ ਸਵਾਲ ਦਾ ਜਵਾਬ ਹੈ। ਮੈਂ ਤੈਨੂੰ ਝੂਠ ਬੋਲਿਆ ਸੀ ਵੀ ਤੇਰੀ ਮੌਤ ਹੋ ਜਾਣੀ ਹੈ। ਸਿਰਫ ਮੈਨੂੰ ਪਰਮਾਤਮਾ ਦਾ ਡਰ ਯਾਦ ਹੈ, ਮੈਨੂੰ ਮੌਤ ਯਾਦ ਹੈ, ਜਿਸ ਕਰਕੇ ਮੈਂ ਗਲਤੀ ਨਹੀਂ ਕਰਦਾ। ਅਤੇ ਇਹ ਤੂੰ 2 ਦਿਨਾਂ ਦੇ ਵਿੱਚ ਦੇਖ ਲਿਆ ਹੈ ਵੀ ਤੈਨੂੰ ਮੌਤ ਯਾਦ ਆਈ ਅਤੇ ਤੂੰ ਸਾਰੀਆਂ ਗਲਤੀਆਂ ਨੂੰ ਬਖਸ਼ਾ ਲਿਆ ਆਪਣੀਆਂ ਨੂੰ। ਇਸ ਕਰਕੇ ਸਾਧ ਸੰਗਤ ਜੀ, ਜੇ ਮੌਤ ਦਾ ਡਰ ਹੋਵੇ, ਜਮਾਂ ਦਾ ਡਰ ਹੋਵੇ ਅਤੇ ਇਨਸਾਨ ਗਲਤੀ ਕਰੇ, ਬਹੁਤ ਘੱਟ ਚਾਂਸ ਨੇ ਇਹਦੇ ਗਲਤੀ ਕਰਨ ਦੇ। ਫਿਰ ਇਨਸਾਨ ਬੇਈਮਾਨੀ ਕਰਨ ਲੱਗਿਆਂ ਵੀ ਸੋਚੇਗਾ ਵੀ ਹਾਂ, ਜਿਹਦੇ ਨਾਲ ਕਰ ਰਿਹਾ ਹਾਂ ਇਹਦੇ ਅੰਦਰ ਵੀ ਰੱਬ ਹੈ, ਇਹਦੇ ਅੰਦਰ ਵੀ ਪਰਮੇਸ਼ਰ ਹੈ। ਇਹ ਹੈ ਸਾਧ ਸੰਗਤ ਇੱਕ ਤਰ੍ਹਾਂ ਦਾ ਡਰ, ਇਹ ਵੀ ਮੰਨਿਆ ਗਿਆ ਹੈ, ਜਿਹੜਾ ਹੈ ਦੀਨੀ ਡਰਾਂ ਦੇ ਨੇ, ਦੀਨੀ ਭਾਉ। ਪਰ ਭਗਤੀ ਕਰਨ ਦੇ ਨਾਲ ਜਿੱਥੇ ਦੁਨਿਆਵੀ ਡਰ ਖਤਮ ਹੁੰਦਾ ਹੈ, ਉੱਥੇ ਜਮਾਂ ਦਾ ਡਰ ਅਤੇ ਮੌਤ ਦਾ ਡਰ ਵੀ ਨਹੀਂ ਰਹਿੰਦਾ। ਕਬੀਰ ਸਾਹਿਬ ਜੀ ਨੇ ਬਾਣੀ ਵਿੱਚ ਲਿਖਿਆ ਹੈ, ਡੱਡਾ ਡਰ ਉਪਜੇ ਡਰ ਜਾਈ, ਤਾ ਡਰ ਮਹਿ ਡਰ ਰਹਿਆ ਸਮਾਈ, ਜੋ ਡਰ ਡਰੈ ਤਾ ਫਿਰ ਡਰ ਲਾਗੈ, ਨਿਡਰ ਹੁਆ ਡਰ ਉਰ ਹੋਏ ਭਾਗੈ, ਨਿਰਭਉ ਜਪੈ ਸਗਲ ਭਉ ਮਿਟੈ। ਪਰਮਾਤਮਾ ਨੂੰ ਜਪਣ ਦੇ ਨਾਲ ਸਾਰੇ ਡਰ ਖਤਮ ਹੋ ਜਾਂਦੇ ਨੇ, ਚਾਹੇ ਦੁਨਿਆਵੀ ਹੈ ਅਤੇ ਚਾਹੇ ਮੌਤ ਦਾ ਹੋਵੇ, ਚਾਹੇ ਜਮਾਂ ਦਾ ਹੋਵੇ। ਤਾਂ ਹੀ ਤਾਂ ਬਾਣੀ ਪੜ੍ਹਨ ਵਾਲੇ ਪਰਵਾਹ ਨਹੀਂ ਕਰਦੇ, ਸਿਮਰਨ ਕਰਨ ਵਾਲੇ ਪਰਵਾਹ ਨਹੀਂ ਕਰਦੇ। ਅਤੇ ਭਗਤ ਨੂੰ ਜਿਹੜਾ ਬਾਣੀ ਪੜ੍ਹਦਾ ਹੈ, ਉਹਦੇ ਅੰਦਰੋਂ ਡਰ ਕਿੱਥੇ। ਤਾਂ ਹੀ ਤਾਂ ਧਰਮ ਰਾਜੇ ਨੇ ਵੀ ਆਪਣੇ ਜਮਾਂ ਨੂੰ ਕਹਿ ਦਿੱਤਾ ਹੈ ਵੀ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾ ਹਉ ਅਣਾ ਤੂੰ ਅਣਹਿ ਛੁਟ ਹੈ, ਨਿਕਟ ਨਾ ਜਾਈਓ ਦੂਤ। ਕਿ ਭਾਈ ਉਹਦੇ ਲਾਗੇ ਨਹੀਂ ਜਾਣਾ ਜਿਹਦੇ ਕੋਲ ਪਰਮਾਤਮਾ ਦਾ ਡਰ ਹੈ, ਜਿਹਦੇ ਕੋਲ ਭਗਤੀ ਹੈ।
ਉਹ ਫਿਰ ਤੁਹਾਡੇ ਕੋਲ ਨਹੀਂ ਡਰੇਗਾ, ਔਰ ਤੋਂ ਤੁਸੀਂ ਡਰ ਕੇ ਰਹਿਣਾ। ਇਹ ਧਰਮ ਰਾਜੇ ਨੇ ਵੀ ਆਪਣੇ ਜਮਦੂਤਾਂ ਨੂੰ ਕਹਿ ਛੱਡਿਆ ਹੈ। ਕਹਾਂ ਕਰੈ ਬਪੁਰਾ ਜਮ ਡਰ ਪੈ, ਗੁਰਮੁਖ ਹਿਰਦੈ ਮੁਰਾਰੀ। ਜਮ ਡਰਦੇ ਨੇ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਨਾਮ ਧਿਆਇਨ ਸਾਜਨਾ, ਜਨਮ ਪਦਾਰਥ ਜੀਤ। ਨਾਨਕ ਧਰਮ ਐਸੇ ਚਵ ਹੈ, ਕੀਤੋ ਭਵਨ ਪੁਨੀਤ। ਧਰਮ ਰਾਏ ਤਾਂ ਮੱਥਾ ਟੇਕਦਾ ਹੈ ਉਹਨਾਂ ਨੂੰ, ਕਿਉਂਕਿ ਉਹ ਪਰਮੇਸ਼ਰ ਦੇ ਪੁਜਾਰੀ ਨੇ, ਪਰਮੇਸ਼ਰ ਤੋਂ ਡਰਦੇ ਨੇ। ਪਰਮੇਸ਼ਰ ਦੇ ਡਰ ਤੋਂ ਬਿਨਾਂ ਕੋਈ ਦੁਨੀਆ ਦਾ ਨਿੱਕਾ ਖਿਣ ਮਾਤਰ ਵੀ ਡਰ ਉਹਨਾਂ ਦੇ ਮਨ ਦੇ ਵਿੱਚ ਨਹੀਂ। ਸੋ ਇਸ ਕਰਕੇ ਸਾਧ ਸੰਗਤ ਜੀ, ਇਸ ਪ੍ਰਮਾਤਮਾ ਦੇ ਨਿਰਮਲ ਡਰ ਦੇ ਨਾਲ ਸਾਰੇ ਡਰ ਖਤਮ ਹੁੰਦੇ ਨੇ। ਤੀਸਰਾ ਡਰ ਹੈ ਦੈਵੀ ਭੈ, ਨਿਰਮਲ ਭਾਉ ਜਿਹਨੂੰ ਆਖਿਆ ਹੈ। ਇਹ ਉਹ ਡਰ ਹੈ ਜਿਹਦੀ ਗੱਲ ਅਸੀਂ ਬਾਰ-ਬਾਰ ਕਰ ਰਹੇ ਹਾਂ ਵੀ ਪਰਮੇਸ਼ਰ ਦਾ ਡਰ ਆਇਆ ਨਹੀਂ ਅਤੇ ਦੁਨੀਆ ਦੇ ਡਰ ਗਏ ਨਹੀਂ। ਇਹ ਹੈ ਨਿਰਮਲ ਭਾਉ, ਪਰਮੇਸ਼ਰ ਦਾ ਅਦਬ, ਪਰਮੇਸ਼ਰ ਦਾ ਡਰ, ਜਿਸ ਵਿੱਚ ਨਾ ਮੈਲ ਹੈ ਨਾ ਪਾਪ ਹੈ। ਇਹ ਪਵਿੱਤਰ ਡਰ ਹੈ, ਇਹ ਪਵਿੱਤਰ ਅਦਬ ਹੈ, ਨਿਰਮਲ ਭਾਉ ਹੈ। ਇਹਦੇ ਵਿੱਚ ਮੈਲ ਨਹੀਂ। ਨਿਰਭਉ ਭੈ ਮਨ ਹੋਏ, ਹਉਮੈ ਮੈਲ ਗਵਾਇਆ ਬਲਰਾਮ ਜੀਓ। ਹੁਣ ਇਹ ਡਰ ਕਿਵੇਂ ਦਾ ਡਰ ਹੈ, ਇਹਨੂੰ ਸਮਝਣ ਵਾਸਤੇ ਜਿਵੇਂ ਪਤੀ ਪਤਨੀ ਦਾ ਰਿਸ਼ਤਾ ਹੈ। ਜੇ ਪਤਨੀ ਪਤੀ ਦੇ ਕੋਲੋਂ ਅਦਬ ਨਹੀਂ ਕਰਦੀ, ਜੇ ਉਹਦੇ ਅੰਦਰ ਨਿਰਮਲ ਭਾਉ ਪਤੀ ਦਾ ਨਹੀਂ ਹੈ ਕਿ ਮੈਂ ਪਤੀ ਨੂੰ ਨਾਰਾਜ਼ ਨਹੀਂ ਕਰਨਾ, ਜਿਹੜਾ ਭਾਉ ਉਹਦੇ ਅੰਦਰ ਹੈ ਉਸੇ ਤਰ੍ਹਾਂ ਦਾ ਕਿਤੇ ਜ਼ਿਆਦਾ ਭਾਉ, ਜਿਹੜਾ ਪਵਿੱਤਰ ਭਾਉ ਹੈ, ਉਹ ਭਗਤ ਦੇ ਅੰਦਰ, ਸਿੱਖ ਦੇ ਅੰਦਰ ਗੁਰੂ ਲਈ ਹੁੰਦਾ ਹੈ, ਉਹ ਪਰਮੇਸ਼ਰ ਲਈ ਹੁੰਦਾ ਹੈ। ਜਿਵੇਂ ਪੁੱਤਰ ਆਪਣੇ ਪਿਓ ਦਾ ਸਤਿਕਾਰ ਅਦਬ ਕਰਦਾ ਹੈ ਕਿ ਪਿਓ ਦੀ ਬਦਨਾਮੀ ਨਾ ਹੋਵੇ, ਮੈਂ ਕੋਈ ਐਸਾ ਕੰਮ ਨਹੀਂ ਕਰਨਾ ਸਮਾਜ ਦੇ ਵਿੱਚ, ਉਹ ਇੱਕ ਪਵਿੱਤਰ ਡਰ ਹੈ, ਉਹਦੇ ਵਿੱਚ ਮੈਲ ਨਹੀਂ। ਜਿਵੇਂ ਹੋਰ ਸਮਝਣ ਵਾਸਤੇ ਸਕੂਲਾਂ 'ਚ ਪੜ੍ਹੇ ਹਾਂ ਅਸੀਂ, ਸਕੂਲ ਦੇ ਵਿੱਚ, ਜਮਾਤ ਦੇ ਵਿੱਚ, ਕਲਾਸ 'ਚ ਟੀਚਰ ਨੇ, ਅਧਿਆਪਕ ਨੇ ਆਉਣਾ ਅਤੇ ਸਾਰਿਆਂ ਨੇ ਅਧਿਆਪਕ ਦੇ ਡਰ ਦੇ ਵਿੱਚ, ਅਦਬ ਸਤਿਕਾਰ ਦੇ ਵਿੱਚ ਖੜ੍ਹੇ ਹੋ ਜਾਣਾ। ਕਿਉਂਕਿ ਜਿੰਨੀ ਦੇਰ ਤੱਕ ਟੀਚਰ ਦਾ ਮਨ ਵਿੱਚ ਅਦਬ ਸਤਿਕਾਰ ਡਰ ਨਹੀਂ, ਉਨੀ ਦੇਰ ਤੱਕ ਗੁਰੂ ਕੋਲੋਂ, ਟੀਚਰ ਕੋਲੋਂ ਅਸੀਂ ਕੁਝ ਲੈ ਨਹੀਂ ਸਕਦੇ, ਸਿੱਖ ਨਹੀਂ ਸਕਦੇ। ਸੋ ਇਸ ਕਰਕੇ ਇਸ ਤਰ੍ਹਾਂ ਦਾ ਜਿਹੜਾ ਡਰ ਹੈ, ਇਸ ਡਰ ਨੂੰ ਕਾਇਮ ਰੱਖਣ ਵਾਸਤੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਸਿੱਖਾਂ ਨੂੰ ਆਖਿਆ ਕਿ ਬਾਣੀ ਤੁਹਾਡਾ ਗੁਰੂ ਹੈ, ਬਾਣੀ ਦਾ ਅਦਬ ਅਤੇ ਸਤਿਕਾਰ ਕਰੋ, ਤੁਹਾਡੇ ਆਰ ਬੁਖਾਰ ਭਰ ਜਾਣਗੇ ਬਾਣੀ ਦੇ ਰਾਹੀਂ। ਗੁਰੂ ਹਰਿਰਾਏ ਸਾਹਿਬ ਮਹਾਰਾਜ ਪੀੜੇ 'ਤੇ ਬਿਰਾਜੇ ਨੇ, ਤਖਤ 'ਤੇ ਬਿਰਾਜੇ ਹੋਏ ਨੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਇਹ ਸਾਖੀ ਆਉਂਦੀ ਇਤਿਹਾਸ ਦੇ ਵਿੱਚ। ਗੁਰੂ ਸਾਹਿਬ ਬੜੇ ਪ੍ਰੇਮ ਦੇ ਨਾਲ ਬਾਣੀ ਸੁਣ ਰਹੇ ਨੇ, ਨਾਮ ਦੇ ਵਿੱਚ ਲੀਨ ਨੇ, ਬੜੇ ਹੀ ਆਨੰਦ ਵਿੱਚ ਟਿਕੇ ਹੋਏ ਨੇ ਮਹਾਰਾਜ। ਇੱਕਦਮ ਉੱਠੇ ਮਹਾਰਾਜ ਛੇਤੀ ਦੇ ਨਾਲ ਦੇ ਸਿੱਖਾਂ ਨੇ ਵੀ ਹੈਰਾਨੀ ਪ੍ਰਗਟ ਕੀਤੀ ਵੀ ਮਹਾਰਾਜ ਇੱਕਦਮ ਕਿਉਂ ਉੱਠੇ ਨੇ। ਮਹਾਰਾਜ ਦਾ ਗੋਡਾ ਇੱਕਦਮ ਪਾਵੇ ਦੇ ਨਾਲ ਵੱਜਾ ਹੈ। ਛੇਤੀ ਦੇ ਨਾਲ ਮਹਾਰਾਜ ਦੇ ਗੋਡੇ ਨੂੰ ਫੜਨ ਲੱਗੇ ਅਤੇ ਮਲਣ ਲੱਗੇ, ਮਹਾਰਾਜ ਤੁਹਾਡੇ ਸੱਟ ਲੱਗੀ ਹੋਏਗੀ। ਮਹਾਰਾਜ ਕਹਿਣ ਲੱਗੇ ਨਹੀਂ, ਪਹਿਲਾਂ ਹੱਥ ਜੋੜ ਕੇ ਖੜ੍ਹੇ ਹੋਵੋ, ਸੱਟ ਦੀ ਬਾਅਦ 'ਚ ਦੇਖਾਂਗੇ। ਮਹਾਰਾਜ ਪਰ ਕਾਰਨ ਕੀ ਹੈ ਇੰਨੀ ਜਲਦੀ ਖੜ੍ਹੇ ਹੋਣ ਦਾ? ਮਹਾਰਾਜ ਨੇ ਆਖਿਆ ਉਹ ਦੂਰੋਂ ਵੇਖੋ, ਗੁਰੂ ਨਾਨਕ ਸਾਹਿਬ ਦੀ ਸੰਗਤ ਸੰਗਤੀ ਰੂਪ ਦੇ ਵਿੱਚ ਜੋਟੀਆਂ ਦੇ ਵਿੱਚ ਸ਼ਬਦ ਗਾਇਨ ਕਰਦੀ, ਬਾਣੀ ਪੜ੍ਹਦੀ ਆ ਰਹੀ ਹੈ ਅਤੇ ਦੂਰੋਂ ਆਵਾਜ਼ ਸਾਡੇ ਕੰਨਾਂ ਵਿੱਚ ਪਈ ਹੈ। ਅਤੇ ਸਿੱਖਾਂ ਨੇ ਆਖਿਆ ਮਹਾਰਾਜ ਉਹ ਤਾਂ ਅਸੀਂ ਵੀ ਸੁਣੀ ਹੈ, ਅਤੇ ਅਸੀਂ ਆਖਿਆ ਵੀ ਜਦੋਂ ਲਾਗੇ ਆਉਣਗੇ ਹੱਥ ਜੋੜ ਕੇ ਖੜ੍ਹੇ ਹੋਵਾਂਗੇ। ਮਹਾਰਾਜ ਕਹਿਣ ਲੱਗੇ ਨਹੀਂ, ਜਦੋਂ ਕੰਨਾਂ ਦੇ ਵਿੱਚ ਆਵਾਜ਼ ਪੈ ਗਈ ਹੈ, ਸਿੱਖ ਦਾ ਫਰਜ਼ ਹੈ ਵੀ ਗੁਰੂ ਦੀ ਬਾਣੀ ਵਾਸਤੇ ਅਦਬ ਵਿੱਚ ਖੜ੍ਹੇ ਹੋਣਾ ਅਤੇ ਸਤਿਕਾਰ ਕਰਨਾ, ਕਿਉਂਕਿ ਗੁਰੂ ਕੀ ਬਾਣੀ ਹੈ। ਸੰਗਤ ਦਾ ਸਤਿਕਾਰ ਕਰਨਾ, ਬਾਣੀ ਦੇ ਸਤਿਕਾਰ ਦੇ ਅਦਬ ਦੇ ਵਿੱਚ ਅਸੀਂ ਖੜ੍ਹੇ ਹੋਏ ਹਾਂ। ਇਹ ਮਹਾਰਾਜ ਨੇ ਸਿੱਖਾਂ ਨੂੰ ਵੀ ਹਦਾਇਤ ਦਿੱਤੀ, ਹੁਕਮ ਕੀਤਾ ਕਿ ਭਾਈ ਜਿਹੜਾ ਸਿੱਖ ਬਾਣੀ ਦਾ ਸਤਿਕਾਰ ਕਰੇਗਾ, ਉਹਨੂੰ ਬਹੁਤੀ ਭਗਤੀ ਕਰਨ ਦੀ ਲੋੜ ਨਹੀਂ, ਉਹ ਛੇਤੀ ਪਾਸ ਹੋ ਜਾਇਆ ਕਰੇਗਾ, ਛੇਤੀ ਪ੍ਰਭੂ ਦੇ ਦਰ 'ਤੇ ਪ੍ਰਵਾਨ ਹੋ ਜਾਏਗਾ। ਅਤੇ ਜਿਹੜਾ ਬਾਣੀ ਦਾ ਸਤਿਕਾਰ ਨਾ ਕਰੇਗਾ, ਉਹ ਸਾਡਾ ਸਿੱਖ ਨਹੀਂ। ਮਹਾਰਾਜ ਦੇ ਬਚਨ ਨੇ, ਇਤਿਹਾਸਕ ਬਚਨ ਨੇ,
ਜੋ ਸਿੱਖ ਗੁਰਬਾਣੀ ਪੈ ਕਰੈ, ਬਿਨ ਪ੍ਰਯਾਸ ਭਵ ਸਾਗਰ ਉਤਰੈ। ਬਿਨਾਂ ਪ੍ਰਯਾਸ ਤੋਂ ਛੇਤੀ ਹੀ ਭਵ ਸਾਗਰ ਦੁਨੀਆ ਦਾ ਪਾਰ ਹੋ ਜਾਏਗਾ, ਛੇਤੀ ਪਾਸ ਹੋ ਜਾਏਗਾ। ਪਰ ਜਿਨ ਭੈ ਅਦਬ ਨਾ ਬਾਣੀ ਧਾਰਾ, ਜਨ ਹੋ ਸੋ ਸਿੱਖ ਨਹੀਂ ਹਮਾਰਾ। ਉਹ ਸਾਡਾ ਸਿੱਖ ਨਾ ਸਮਝਿਓ ਜਿਹੜਾ ਬਾਣੀ ਦਾ ਸਤਿਕਾਰ ਨਹੀਂ ਕਰਦਾ। ਬਾਣੀ ਦਾ ਸਤਿਕਾਰ ਕਰਨਾ ਚਾਹੀਦਾ ਹੈ। ਗੁਟਕਾ ਸਾਹਿਬ ਦੇ ਵਿੱਚ ਹੈ, ਚਾਹੇ ਪੋਥੀ ਸਾਹਿਬ 'ਚ ਹੈ, ਚਾਹੇ ਗੁਰੂ ਸਾਹਿਬ ਦਾ ਸਰੂਪ ਪਾਵਨ ਹੈ। ਬਾਣੀ ਦਾ ਸਤਿਕਾਰ ਸਭ ਤੋਂ ਪਹਿਲਾਂ ਹੈ। ਇਹ ਹੈ ਪ੍ਰਮਾਤਮਾ ਦਾ ਡਰ। ਬਾਣੀ ਦਾ ਡਰ ਜਿਹੜਾ ਨਿਰਮਲ ਭਾਵ ਹੈ। ਜਿੱਦਣ ਇਹ ਮਨ 'ਚ ਆ ਗਿਆ ਉਦਣ ਦੁਨੀਆ ਦੇ ਡਰ ਨਹੀਂ ਰਹਿਣੇ, ਕਿਉਂਕਿ ਜਿਹੜਾ ਇਹ ਡਰ ਹੈ ਇਹ ਇਕੱਲਾ ਦੁਨੀਆ ਦਾ ਡਰ ਨਹੀਂ ਖਤਮ ਕਰਦਾ, ਇਹ ਫਿਰ ਵਿਸ਼ੇ ਵਿਕਾਰ ਵੀ ਖਤਮ ਕਰ ਦਿੰਦਾ ਹੈ। ਭਗਤ ਕਬੀਰ ਸਾਹਿਬ ਨੇ ਗਵਾਹੀ ਦਿੱਤੀ ਹੈ ਇਸ ਗੱਲ ਦੀ। ਕਹਿਣ ਲੱਗੇ, ਚੰਗਾ ਹੋਇਆ ਹੈ ਪ੍ਰਮਾਤਮਾ ਦਾ ਡਰ ਪੈਦਾ ਹੋ ਗਿਆ ਹੈ, ਜਿਹਦੇ ਨਾਲ ਫਿਰ ਵਿਕਾਰਾਂ ਵਾਲੀ ਜਿਹੜੀ ਅੱਗ ਹੈ ਨਾ ਉਹ ਵੀ ਖਤਮ ਹੋ ਗਈ ਏ, ਅਤੇ ਮਨ ਬੜਾ ਸਖਤ ਸੀ ਅਤੇ ਉਹ ਵੀ ਨਿਰਮਲ ਹੋ ਗਿਆ ਅਤੇ ਨਰਮ ਹੋ ਗਿਆ। ਤੁਸੀਂ ਪੜ੍ਹਿਓ ਕਦੇ, ਕਬੀਰ ਭਲੀ ਭਈ ਜੋ ਭਾਉ ਪਰਿਆ। ਭਾਉ ਪਰਿਆ ਦਾ ਮਤਲਬ ਹੈ ਕਿ ਪ੍ਰਮਾਤਮਾ ਦਾ ਡਰ ਪੈਦਾ ਹੋਇਆ, ਚੰਗਾ ਹੋਇਆ ਹੈ। ਦਿਸਾ ਗਈ ਸਭ ਭੂਲ, ਓਰਾ ਗਰ ਪਾਣੀ ਭਇਆ, ਜਾਏ ਮਿਲਿਓ ਢਲ ਕੂਲ। ਇਹ ਪੰਕਤੀ ਦੇ ਅਰਥ ਪੜ੍ਹ ਲੈਣੇ। ਇਹਦੇ 'ਚ ਭਗਤ ਕਬੀਰ ਸਾਹਿਬ ਨੇ ਦੱਸਿਆ ਹੈ ਕਿ ਪ੍ਰਮਾਤਮਾ ਦਾ ਡਰ ਚੰਗਾ ਹੋਇਆ, ਮਨ 'ਚ ਆ ਗਿਆ। ਜਿੱਦਣ ਇਹ ਡਰ ਆਉਂਦਾ ਹੈ ਬੜੀਆਂ ਬਖਸ਼ਿਸ਼ਾਂ ਅਤੇ ਨਿਆਮਤਾਂ ਲੈ ਕੇ ਆਉਂਦਾ ਹੈ। ਅਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਕਈ ਪੰਕਤੀਆਂ ਰਾਹੀਂ ਸਮਝਾਇਆ ਹੈ। ਭੈ ਕੀਆ ਦੇਹ ਸਲਾਈਆਂ ਨੈਣੀ, ਭਾਵ ਕਾ ਕਰ ਸੀਗਾਰੋ, ਤਾ ਸੁਹਾਗਣ ਜਾਣੀਐ ਲਾਗੀ, ਜਾਸੋ ਧਰੇ ਪਿਆਰੋ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਡਰ ਪ੍ਰਮਾਤਮਾ ਦਾ ਚੰਗਾ ਹੈ। ਗੁਰੂ ਅਮਰਦਾਸ ਮਹਾਰਾਜ ਦੀ ਸਾਖੀ ਆਉਂਦੀ ਹੈ। ਗੁਰੂ ਅੰਗਦ ਦੇਵ ਮਹਾਰਾਜ ਦੇ ਨਾਲ ਤੁਰੇ ਜਾ ਰਹੇ ਨੇ, ਅਤੇ ਸਾਖੀ ਤੁਸੀਂ ਬੜੀ ਵਾਰੀ ਸੁਣੀ ਹੈ ਮਹਾਰਾਜ ਦੀ। ਮਹਾਰਾਜ ਦੀ ਸੱਜੀ ਬਾਂਹ ਗੁਰੂ ਸਾਹਿਬ ਤੋਂ ਅੱਗੇ ਲੰਘ ਗਈ। ਸਾਖੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬੜੀ ਵਾਰੀ ਤੁਸਾਂ ਨੇ ਸੁਣੀ ਹੈ ਕਿ ਮਹਾਰਾਜ ਨੇ ਆਪਣੀ ਸੱਜੀ ਬਾਂਹ ਸੇਵਾ ਵਿੱਚ ਲਾਉਣੋਂ ਹਟਾ ਦਿੱਤੀ, ਬੰਨ੍ਹ ਲਈ ਸੀ ਸਰੀਰ ਦੇ ਨਾਲ, ਗਲ ਵਿੱਚ ਪਾ ਲਈ। ਗੁਰੂ ਅੰਗਦ ਦੇਵ ਮਹਾਰਾਜ ਨੇ ਪੁੱਛਿਆ ਵੀ ਇਹ ਕੀ ਕਾਰਨ ਹੈ, ਤੁਸੀਂ ਇਹ ਬਾਂਹ ਕਿਉਂ ਬੰਨ੍ਹੀ ਹੈ, ਕਿ ਸੱਟ ਲੱਗੀ ਹੈ ਤੁਹਾਡੇ? ਅਤੇ ਮਹਾਰਾਜ ਨੇ, ਗੁਰੂ ਅਮਰਦਾਸ ਜੀ ਨੇ ਆਖਿਆ, ਨਹੀਂ ਮਹਾਰਾਜ, ਕੱਲ੍ਹ ਜਦੋਂ ਅਸੀਂ ਤੁਰੇ ਜਾਂਦੇ ਸਾਂ, ਰਸਤੇ ਦੇ ਵਿੱਚ ਤੁਹਾਡੇ ਨਾਲ ਤੁਰੇ ਜਾਂਦੇ ਸੀ, ਬੜੀ ਕੋਸ਼ਿਸ਼ ਕੀਤੀ ਵੀ ਤੁਹਾਡੇ ਨਾਲ ਕਦਮ ਚਲਾ ਕੇ ਥੋੜ੍ਹਾ ਪਿੱਛੇ ਚੱਲਿਆ ਜਾਵੇ, ਪਰ ਇਸ ਬਾਂਹ ਨੇ ਗਲਤੀ ਕਰ ਲਈ, ਤੁਹਾਡੇ ਤੋਂ ਅੱਗੇ ਲੰਘ ਗਈ ਸੀ ਚਲਦਿਆਂ ਚਲਦਿਆਂ। ਇਹ ਤੁਹਾਡਾ ਅਦਬ ਨਾ ਕਰ ਸਕੀ ਮਹਾਰਾਜ, ਜਿਸ ਕਰਕੇ ਅਸੀਂ ਹੁਣ ਇਹ ਤੋਂ ਸੇਵਾ ਨਹੀਂ ਲੈਣੀ, ਅਤੇ ਇਹਨੂੰ ਹੁਣ ਅਸੀਂ ਨਿਕੰਮਿਆਂ ਰੱਖਣਾ ਹੈ। ਪਰ ਮਹਾਰਾਜ ਨੇ ਆਖਿਆ, ਨਹੀਂ, ਇਹਨੂੰ ਸੇਵਾ ਵਿੱਚ ਲਾਓ ਤਾਂ ਜੋ ਸਫਲ ਹੀ ਹੋ ਸਕੇ। ਸੋ ਸਾਧ ਸੰਗਤ ਇੱਥੋਂ ਸਿੱਖਿਆ ਇਹ ਦਿੱਤੀ ਮਹਾਰਾਜ ਨੇ ਵੀ ਗੁਰੂ ਦਾ ਅਦਬ ਕਿੰਨਾ ਜ਼ਰੂਰੀ ਹੈ। ਗੁਰੂ ਦੇ ਅਦਬ ਦੇ ਵਿੱਚ ਗੁਰੂ ਨੇ ਆਪ ਬਾਣੀ ਦਾ ਸਤਿਕਾਰ ਕੀਤਾ ਹੈ ਅਤੇ ਸਾਨੂੰ ਵੀ ਕਰਨ ਵਾਸਤੇ ਆਖਿਆ। ਪਰ ਸਾਡਾ ਸੁਭਾਅ ਇਹ ਹੈ ਵੀ ਅਸੀਂ ਦੁਨੀਆ ਤੋਂ ਤਾਂ ਡਰਦੇ ਹਾਂ, ਪਰ ਗੁਰੂ ਦਾ ਅਤੇ ਰੱਬ ਦਾ ਡਰ ਸਾਡੇ ਮਨ ਵਿੱਚ ਨਹੀਂ। ਇਨਸਾਨ ਕਾਨੂੰਨ ਤੋਂ ਤਾਂ ਡਰਦਾ ਹੈ, ਚਲਾਨ ਕੱਟੇ ਜਾਣ ਤੋਂ ਤਾਂ ਡਰਦਾ ਹੈ, ਜੇਲ੍ਹ ਜਾਣ ਤੋਂ ਤਾਂ ਡਰਦਾ ਹੈ, ਦੁਨੀਆ ਦੀ ਬਦਨਾਮੀ ਤੋਂ ਤਾਂ ਡਰਦਾ ਹੈ, ਮਾਇਆ ਧਾਰੇ ਤੋਂ ਤਾਂ ਡਰਦਾ ਹੈ, ਪਰ ਸੱਚੇ ਪਾਤਸ਼ਾਹ ਕੋਲੋਂ ਨਹੀਂ ਡਰਦਾ। ਸੋ ਰਹੋ ਵਿਚਾਰ ਇਸ ਤਰ੍ਹਾਂ ਸਾਧ ਸੰਗਤ, ਇਹ ਨਿਰਮਲ ਭਾਵ ਹੈ। ਸੋ ਦੂਜੜੀ ਲਾਭ ਦੀ ਇਸ ਵਿਚਾਰ ਨੂੰ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ। ਨਿਰਭਉ ਭੈ ਮਨ ਹੋਏ, ਹਉਮੈ ਮੈਲ ਗਵਾਇਆ, ਬਲ ਰਾਮ ਜੀਓ। ਵੀ ਨਿਰਮਲ ਭਾਉ ਜਿਹੜਾ ਹੈ ਆਉਣ ਦੇ ਨਾਲ ਸਾਰੇ ਡਰ ਖਤਮ ਹੋ ਗਏ ਨੇ, ਅਤੇ ਨਾਲ ਜਿਹੜੀ ਹਉਮੈ ਦੀ ਮੈਲ ਹੈ ਇਹ ਵੀ ਖਤਮ ਹੋ ਗਈ ਹੈ। ਅਤੇ ਹੇ ਵਾਹਿਗੁਰੂ, ਅਸੀਂ ਤੇਰੇ ਤੋਂ ਬਲਿਹਾਰ ਜਾਂਦੇ ਹਾਂ, ਤੂੰ ਸਾਨੂੰ ਪੂਰਾ ਗੁਰੂ ਮਿਲਾਇਆ ਹੈ ਅਤੇ ਇਹ ਬਖਸ਼ਿਸ਼ ਸਾਡੇ ਉੱਤੇ ਕੀਤੀ ਹੈ। ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਕਿਰਪਾ ਕਰਦੇ ਨੇ। ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਫਿਰ ਜਦੋਂ ਨਿਰਮਲ ਹੋ ਜਾਂਦਾ ਹੈ ਮਨ, ਨਿਰਮਲ ਭਾਉ ਆ ਜਾਂਦਾ ਹੈ, ਉਹਦੇ ਨਾਲ ਫਿਰ ਇੱਕ ਹੋਰ ਬਖਸ਼ਿਸ਼ ਹੁੰਦੀ ਹੈ ਵੀ ਪ੍ਰਭੂ ਦੇ ਗੁਣ ਗਾਉਣੇ ਜਿਹੜੇ ਨੇ ਚੰਗੇ ਲੱਗਣੇ ਲੱਗ ਪੈਂਦੇ ਨੇ। ਆਪਣੇ ਆਪ ਮੂੰਹ ਦੇ ਵਿੱਚੋਂ ਵਾਹਿਗੁਰੂ ਨਿਕਲਦਾ ਹੈ, ਅਤੇ ਜਿਹਦੇ ਨਾਲ ਹਰ ਥਾਂ ਫਿਰ ਵਾਹਿਗੁਰੂ ਦਿਸਣ ਲੱਗ ਪੈਂਦਾ ਹੈ। ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਨੇ।
ਹਰ ਆਤਮ ਰਾਮ ਪਸਾਰਿਆ ਸੁਆਮੀ, ਸਰਬ ਰਹਿਆ ਭਰ ਪੂਰੇ। ਇਹਦੇ ਨਾਲ ਅੰਦਰ ਵੀ ਪ੍ਰਮਾਤਮਾ ਦਿਸਦਾ ਹੈ, ਪ੍ਰਕਾਸ਼ ਦਿਸਦਾ ਹੈ, ਤੇ ਬਾਹਰ ਜਰੇ ਜਰੇ ਵਿੱਚ ਪ੍ਰਮਾਤਮਾ ਦਿਸਣ ਲੱਗ ਪੈਂਦਾ ਹੈ। ਫਿਰ ਠੱਗੀ ਤੇ ਬੇਈਮਾਨੀ ਤੇ ਈਰਖਾ ਦਵੈਤ ਨਹੀਂ ਹੁੰਦੀ, ਕਿਉਂਕਿ ਪਰਮੇਸ਼ਰ ਸਾਰਿਆਂ ਵਿੱਚ ਹੀ ਦਿਸਣਾ ਸ਼ੁਰੂ ਹੋ ਜਾਂਦਾ ਹੈ। ਗੁਰੂ ਨੇ ਜਣਾ ਦਿੱਤਾ ਹੈ, ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਇਸ ਤਰ੍ਹਾਂ ਅੰਦਰ ਤੇ ਬਾਹਰ ਪ੍ਰਭੂ ਇੱਕੋ ਦਿਸਦਾ ਹੈ, ਤੇ ਹਰੀ ਜਨ ਪਰਮਾਤਮਾ ਦੇ ਜਿਹੜੇ ਜਨ ਨੇ, ਗੁਰਮੁਖ ਨੇ, ਮਹਾਂਪੁਰਖ ਨੇ, ਉਹਨਾਂ ਨਾਲ ਸੰਗਤ ਵਿੱਚ ਆਉਣ ਕਰਕੇ ਫਿਰ ਪ੍ਰਭੂ ਦੇ ਮੰਗਲ ਜਿਹੜੇ ਨੇ ਗੁਣ ਗਾਏ ਹਨ। ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ। ਇਸ ਤਰ੍ਹਾਂ ਜਿਹੜੀ ਦੂਜੀ ਲਾਭ ਦੇ ਵਿੱਚ ਬਖਸ਼ਿਸ਼ ਹੁੰਦੀ ਹੈ, ਇਹਦੇ ਨਾਲ ਫਿਰ ਗੁਰੂ ਸਾਹਿਬ ਕਹਿੰਦੇ ਨੇ, ਜਦੋਂ ਇੰਨਾ ਕੁਝ ਹੋ ਜਾਵੇ, ਨਿਰਮਲ ਭਾਉ ਮਨ ਵਿੱਚ ਆ ਜਾਵੇ, ਪਰਮਾਤਮਾ ਦਿਸਣ ਲੱਗ ਪਵੇ, ਪਰਮਾਤਮਾ ਦੇ ਭਗਤਾਂ ਦੇ ਨਾਲ ਬੈਠ ਕੇ ਸੰਗਤ ਦੇ ਵਿੱਚ ਗੁਣ ਗਾਈਏ, ਨਾਮ ਜਪੀਏ, ਤਾਂ ਫਿਰ ਕੀ ਹੁੰਦਾ ਹੈ, ਅਨਹਦ ਸ਼ਬਦ ਵਜਾਏ। ਅਨਹਦ ਸ਼ਬਦ ਉਹ ਹੁੰਦੇ ਨੇ, ਸ਼ਬਦ ਦੋ ਤਰ੍ਹਾਂ ਦਾ ਹੈ, ਇੱਕ ਹੈ ਆਹਤ ਤੇ ਦੂਜਾ ਹੈ ਅਨਾਹਤ। ਜਿਹੜਾ ਆਹਤ ਸ਼ਬਦ ਹੈ ਉਹ ਕਿਸੇ ਚੀਜ਼ ਦੇ ਟਕਰਾਅ ਦੇ ਨਾਲ ਪੈਦਾ ਹੁੰਦਾ ਹੈ। ਜਿਵੇਂ ਅਸੀਂ ਬੋਲ ਰਹੇ ਹਾਂ, ਅੰਦਰ ਟਕਰਾਅ ਹੋ ਰਿਹਾ ਗਲੇ ਦੇ ਵਿੱਚ, ਹਵਾ ਸਪਰਸ਼ ਕਰ ਰਹੀ ਹੈ, ਹਵਾ ਟਕਰਾ ਰਹੀ ਹੈ, ਤੇ ਇਹਦੇ ਵਿੱਚੋਂ ਆਵਾਜ਼ ਪੈਦਾ ਹੋ ਰਹੀ ਹੈ। ਤਬਲਾ ਵੱਜਦਾ ਹੈ ਟਕਰਾਅ ਦੇ ਨਾਲ, ਜਿੰਨਾ ਕੁਝ ਆਵਾਜ਼ ਹੈ, ਬਿਜਲੀ ਗੜਕਦੀ ਹੈ ਅਸਮਾਨ ਦੇ ਵਿੱਚ, ਇਹ ਟਕਰਾਅ ਦੇ ਕਰਕੇ ਹੈ, ਹਵਾ ਟਕਰਾਉਂਦੀ ਹੈ। ਪਰ ਇੱਕ ਉਹ ਸ਼ਬਦ ਜਿਹੜੇ ਬਿਨਾਂ ਟਕਰਾਅ ਤੋਂ, ਬਿਨਾਂ ਵਜਾਇਆਂ ਵੱਜਣ, ਉਹਨੂੰ ਅਨਹਤ ਆਖਦੇ ਨੇ। ਉਹ ਜਿਹੜੇ ਸ਼ਬਦ ਨੇ ਉਹ ਬਾਹਰ ਤਾਂ ਨਹੀਂ ਕਿਸੇ ਨੂੰ ਸੁਣਦੇ, ਪਰ ਜਿਹਨੇ ਨਾਮ ਜਪਿਆ ਹੈ, ਕਮਾਈ ਕੀਤੀ ਹੈ, ਉਹਦੇ ਦੇ ਅੰਦਰ ਵੱਜਣੇ ਸ਼ੁਰੂ ਹੋ ਜਾਂਦੇ ਨੇ। ਉਹ ਫਿਰ ਮਾਣਦਾ ਹੈ, ਸੁਣਦਾ ਹੈ ਇਹਨਾਂ ਨੂੰ। ਪਰ ਮਾਫ਼ ਕਰਨਾ, ਅੱਜ ਇਸ ਅਨਹਤ ਸ਼ਬਦ ਨਾਦ ਦੇ ਉੱਤੇ ਬੜਾ ਪਖੰਡ ਚੱਲ ਰਿਹਾ ਹੈ। ਹਰ ਇੱਕ ਚੌਥਾ ਬੰਦਾ ਇਹ ਕਹਿ ਰਿਹਾ ਹੈ ਵੀ ਮੇਰੇ ਵੱਜਦੇ ਨੇ, ਮੈਨੂੰ ਸੁਣ ਗਏ ਨੇ, ਮੈਂ ਫਲਾਣੀ ਸੰਸਥਾ ਦੇ ਨਾਲ ਜੁੜਿਆ, ਉੱਥੇ ਸੁਣਾ ਦਿੰਦੇ ਨੇ, ਤੁਸੀਂ ਵੀ ਆਓ। ਅਤੇ ਇਸ ਕਰਕੇ ਰਹੋ ਵਿਚਾਰ, ਜ਼ਿਆਦਾ ਸਮਾਂ ਆਪਾਂ ਇਹਦੇ 'ਤੇ ਨਾ ਲਾਈਏ, ਫਿਰ ਕਿਤੇ ਵਿਚਾਰ ਕਰਾਂਗੇ ਅਨਹਤ ਸ਼ਬਦ ਬਾਰੇ। ਸੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਇਹ ਦੂਜੀ ਲਾਭ ਤੱਕ ਜੋ ਉਪਦੇਸ਼ ਪਾਵਨ ਸਾਨੂੰ ਬਖਸ਼ਿਆ ਹੈ ਮਹਾਰਾਜ ਨੇ, ਇਹ ਦੱਸਿਆ ਹੈ ਕਿ ਭਾਈ ਦੂਜੀ ਲਾਭ ਦੇ ਵਿੱਚ ਪੂਰਾ ਸਤਿਗੁਰੂ ਮਿਲਦਾ ਹੈ, ਅਤੇ ਮਿਲਦੇ ਕਰਕੇ ਉਹ ਪਰਮੇਸ਼ਰ ਦਾ ਡਰ ਜਿਹੜਾ ਆਉਂਦਾ ਹੈ ਮਨ ਵਿੱਚ, ਅਦਬ ਆਉਂਦਾ ਹੈ, ਅਤੇ ਫਿਰ ਦੁਨੀਆ ਦੇ ਡਰ ਖਤਮ ਹੁੰਦੇ ਨੇ, ਮੈਲ ਖਤਮ ਹੁੰਦੀ ਹੈ, ਅਤੇ ਪਰਮਾਤਮਾ ਹਰ ਥਾਂ ਦਿਸਣ ਲੱਗ ਪੈਂਦਾ ਹੈ, ਅਤੇ ਅਨਹਦ ਸ਼ਬਦ ਜਿਹੜੇ ਨੇ ਵੱਜਣੇ ਸ਼ੁਰੂ ਹੋ ਜਾਂਦੇ ਨੇ। ਅੱਗੇ ਤੀਸਰੀ ਲਾਭ ਦੇ ਵਿੱਚ ਜੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਉਹ ਅਸੀਂ ਅਗਲੀ ਕਥਾ ਦੇ ਵਿੱਚ ਸਰਵਣ ਕਰਾਂਗੇ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਗੁਰੂ ਸਾਹਿਬ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣ, ਅਗਾਂਹ ਵਾਸਤੇ ਸਮੱਤ ਬਖਸ਼ਣ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।